प्रोग्राम किसान बाणी सुन रहे सारे किसान वीरां ते किसान भैणां नूं मेरे गुरलीन सिद्धू ਵੱਲੋਂ प्यार भरी सत श्री अकाल। किसान वीरों ते भैणों, अज प्रोग्राम किसान बाणी के दौरान दिन बुधवार नूं साडा गलबात दा विषय है छोटे अते सीमांत किसानां दे लई सांझी खेती दा संकल्प। ते इस महत्वपूर्ण विषय दे उत्ते जानकारी देण दे लई साडे नाल स्टूडियो दे विच मौजूद ने डॉक्टर गुरजिंदर सिंह रुमाणा जी। डॉक्टर साहब, अज स्टूडियो विच पहुंचण ते तुहाडा बहुत-बहुत स्वागत है जी। बहुत-बहुत धन्यवाद जी। इस दे नाल ही किसान वीरों तुहानूं दस दईए कि इस विषय के संबंध दे विच तुहाडे ज़हन दे विच कोई भी सवाल आउंदा है तो तुसीं स्टूडियो का नंबर 0164 22 40 331 डायल करके अपने बनते सवालों के जवाब डॉक्टर साहब तो लै सकते हो। डॉक्टर साहब, जेकर असीं विषय दे वल वधीए ते गलबात नूं जारी करिए ਤਾਂ ਸਭ ਤੋਂ ਪਹਿਲਾਂ ਇੱਕੋ ਹੀ ਸਵਾਲ ਜਿਹੜਾ ਸਭ ਦੇ ਮਨਾਂ ਦੇ ਵਿੱਚ ਆਉਂਦਾ ਹੈ ਕਿ ਸਾਂਝੀ ਖੇਤੀ ਤੋਂ ਕੀ ਭਾਵ ਹੈ ਕੀ ਇਹ ਸਾਂਝੀ ਖੇਤੀ? ਗੁਰਲੀਨ ਜੀ, ਜਿਵੇਂ ਸ਼ਬਦਾਂ ਤੋਂ ਆਪ ਸਾਫ਼ ਹੈ ਜੀ ਕਿ ਸਾਂਝੀ ਖੇਤੀ, ਜਿੱਥੇ ਸਾਂਝ ਪੈ ਕੇ ਕੋਈ ਵੀ ਕੰਮ ਕੀਤਾ ਜਾਂਦਾ ਹੈ ਜੀ, ਉਹਨੂੰ ਆਪਾਂ ਸਾਂਝਾ ਕਹਿ ਦਿੰਦੇ ਹਾਂ। ਸੋ ਸਾਂਝੀ ਖੇਤੀ ਤੋਂ ਭਾਵ ਹੈ ਕਿ ਜਦੋਂ ਕੋਈ ਦੋ ਵੱਖ-ਵੱਖ ਕੰਮ ਕਰਦੇ ਹੱਥ ਆਪਸ ਵਿੱਚ ਇਕੱਠੇ ਹੋ ਜਾਣ, ਜੀ ਕੋਈ ਵੱਖ-ਵੱਖ खेती करते घर आपस ਵਿੱਚ ਇਕੱਠੇ ਹੋ ਜਾਣ, ਕੋਈ ਵੱਖ-ਵੱਖ ਪਿੰਡਾਂ ਦੇ ਕਿਸਾਨ ਆਪਸ ਵਿੱਚ ਇਕੱਠੇ ਹੋ ਜਾਣ ਜੀ, ਤਾਂ ਇਕੱਠੇ ਹੋ ਕੇ ਕਰਨ ਵਾਲਾ ਕੋਈ ਵੀ ਕੰਮ ਆਪਾਂ ਉਹਨੂੰ ਸਾਂਝੇ ਤੌਰ ਤੇ ਕੀਤਾ ਗਿਆ ਕੰਮ ਕਹਿੰਦੇ ਆ ਜੀ। ਸੋ ਸਾਂਝੀ ਖੇਤੀ ਦੀ ਜੇ ਆਪਾਂ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਕੋਈ ਵੀ ਕਿਸਾਨ ਆਪਸ ਵਿੱਚ ਇਕੱਠੇ ਹੋ ਕੇ ਜਦੋਂ ਖੇਤੀ ਨੂੰ ਕਰਦੇ ਆ, ਚਾਹੇ ਉਹ ਆਪਦੀ ਖੇਤੀ ਦਾ ਕੁਝ ਹਿੱਸਾ ਇਕੱਠਾ ਕਰਕੇ ਕਰਦੇ ਆ, ਚਾਹੇ ਪੂਰੀ ਦੀ ਪੂਰੀ ਖੇਤੀ ਇਕੱਠੀ ਕਰਕੇ ਕਰਦੇ ਆ, ਚਾਹੇ ਪੂਰੀ ਦਾ ਪੂਰਾ ਜਿਹੜਾ ਖੇਤੀ ਦਾ ਉਹਨਾਂ ਦਾ ਬਿਜ਼ਨਸ ਹੈ ਜਾਂ ਹੋਰ ਧੰਦੇ ਆ ਉਹਨਾਂ ਨੂੰ ਪੂਲ ਕਰਕੇ ਇਕੱਠੇ ਕਰਕੇ ਜਦੋਂ ਕੰਮ ਕਰਦੇ ਆ, ਜਿਹਦੇ ਵਿੱਚ ਉਹਨਾਂ ਕੋਲ ਜਿਹੜੇ ਮੌਜੂਦਾ ਸਾਧਨ ਹੁੰਦੇ ਉਹ ਵੀ ਇਕੱਠੇ ਹੁੰਦੇ ਆ, ਉਹਨਾਂ ਦੀ ਆਪਣੀ ਲੇਬਰ ਹੁੰਦੀ ਹੈ ਉਹ ਵੀ ਇਕੱਠੇ ਹੁੰਦੀ ਹੈ, ਤੇ ਉਹਨਾਂ ਦੇ ਜਿਹੜੇ ਮੁਨਾਫੇ ਹੁੰਦੇ ਆ ਉਹ ਵੀ ਇਕੱਠੇ ਹੁੰਦੇ ਆ। ਸੋ ਇਸ ਤਰ੍ਹਾਂ ਇਕੱਠੇ ਹੋ ਕੇ ਜਾਂ ਇਕੱਠ ਸਮੂਹ ਦੇ ਨਾਲ ਕੀਤਾ ਗਿਆ ਜਿਹੜਾ ਕੰਮ ਹੈ ਜਾਂ ਕੀਤੀ ਗਈ ਜਿਹੜੀ ਖੇਤੀ ਹੈ ਉਹਨੂੰ ਆਪਾਂ ਸਾਂਝੀ ਖੇਤੀ ਦਾ ਨਾਮ ਦੇ ਦਿੰਦੇ ਹਾਂ, ਜਿਹੜੀ ਕਿ ਅੱਜ ਸਮੇਂ ਦੀ ਆਪਾਂ ਕਹੀਏ ਕਿ ਬਹੁਤ ਲੋੜ ਜੀ। ਜਿਵੇਂ ਕਿ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਕਿਹਾ ਕਿ ਸਾਂਝੇ ਰੂਪ ਦੇ ਵਿੱਚ ਕੀਤੇ ਜਾਣ ਵਾਲਾ ਕੋਈ ਵੀ ਕੰਮ ਹੈ ਜਿਹੜਾ ਖਾਸ ਕਰਕੇ ਖੇਤੀ ਦੇ ਨਾਲ ਜੁੜਿਆ ਹੋਇਆ ਕੰਮ ਹੈ, ਜਿਸ ਦੇ ਵਿੱਚ ਸਾਡੇ ਸਾਧਨਾਂ ਤੋਂ ਲੈ ਕੇ ਸਾਡੇ ਮੁਨਾਫੇ ਤੱਕ ਦੀ ਹਰੇਕ ਸਾਂਝ ਹੈ ਜਿਹੜੀ ਉਹ ਪਾਈ ਜਾਣੀ ਹੈ, ਤਾਂ ਉਹ ਇੱਕ ਸਾਂਝੀ ਖੇਤੀ ਦੇ ਅਧੀਨ ਆਉਂਦਾ ਹੈ। ਇਸ ਦੇ ਨਾਲ ਹੀ ਜਿਵੇਂ ਕਿ ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਕਿ ਸਮੇਂ ਦੀ ਜਿਹੜੀ ਲੋੜ ਹੈ ਉਹ ਸਾਂਝੀ ਖੇਤੀ ਹੈ। ਬੇਸ਼ੱਕ ਜੇਕਰ ਅਸੀਂ ਸਧਾਰਨ ਤੌਰ ਦੇ ਉੱਤੇ ਗੱਲ ਕਰੀਏ ਤਾਂ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਇਕੱਲਤਾ ਹੈ ਉਹ ਆਉਣੀ ਸ਼ੁਰੂ ਹੋ ਗਈ ਹੈ। ਕਿਤੇ ਨਾ ਕਿਤੇ ਉਹ ਚੀਜ਼ ਸਾਡੀ ਖੇਤੀ ਦੇ ਵਿੱਚ ਵੀ ਨਜ਼ਰ ਆ ਰਹੀ ਹੈ, ਕਿਤੇ ਨਾ ਕਿਤੇ ਸਾਡੇ ਸਮਾਜਿਕ ਪੱਧਰ ਦੇ ਉੱਤੇ ਵੀ ਉਹ ਚੀਜ਼ ਹੈ ਜਿਹੜੀ ਉਹ ਸਾਨੂੰ ਨਜ਼ਰ ਆ ਰਹੀ ਹੈ। ਤਾਂ ਇਸ ਦੀ ਸਮੇਂ ਦੇ ਵਿੱਚ ਕਿਵੇਂ ਲੋੜ ਹੈ ਤੇ ਕਿੰਨੀ ਕੁ ਲੋੜ ਹੈ ਤੇ ਕਿਉਂ ਲੋੜ ਹੈ? ਗੁਰਲੀਨ ਜੀ, ਬਹੁਤ ਵੱਡਾ ਤੇ ਬਹੁਤ ਮਹੱਤਵਪੂਰਨ ਤੇ ਬਹੁਤ ਚਿੰਤਾ ਵਾਲਾ ਸਵਾਲ ਹੈ ਜਿਹੜਾ ਤੁਹਾਡਾ ਮੈਂ ਇਹ ਕਵਾਂ ਅੱਜ ਦੇ ਹਾਲਾਤ ਦੇ ਵਿੱਚ ਜੀ। ਕਿਉਂਕਿ ਕੋਈ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਜੀ। ਉਦੋਂ ਖੇਤੀ ਬਾਕਾਬਲ ਸੀ, ਬਹੁਤ ਖੂਬ ਸੀ, ਬਹੁਤ ਵਧੀਆ ਉਹਦੇ ਚੋਂ ਮੁਨਾਫਾ ਕੀਤਾ ਜਾਂਦਾ ਸੀ ਤੇ ਖੇਤੀ ਕਰਨ ਵਾਲੇ ਕਿਸੇ ਦੀ ਚਾਕਰੀ ਕਰਨੀ ਜਾਂ ਵਪਾਰ ਕਰਨਾ ਪਸੰਦ ਨਹੀਂ ਕਰਦੇ ਸੀ। ਜੀ। ਅੱਜ ਦੇ ਹਾਲਾਤਾਂ ਦੇ ਅਨੁਸਾਰ ਜੇ ਖੇਤੀ ਦੀ ਆਪਾਂ ਦਰਜਾਬੰਦੀ ਕਰਨੀ ਹੋਵੇ ਤੇ ਮੈਨੂੰ ਲੱਗਦਾ ਵੀ ਅੱਜ ਉੱਤਮ ਵਪਾਰ, ਮੱਧਮ ਚਾਕਰੀ ਤੇ ਨਖਿੱਧ ਖੇਤੀ ਹੋਊਗੀ। ਜੀ। ਨਖਿੱਧ ਦਾ ਭਾਵ ਕਿ ਖੇਤੀ ਦੇ ਵਿੱਚੋਂ ਬਚਣ ਵਾਲੇ ਜਿਹੜੇ ਮੁਨਾਫੇ ਹੈ ਉਹ ਬਹੁਤ ਜ਼ਿਆਦਾ ਘਟ ਗਏ, ਕਿਉਂਕਿ ਜਿਸ ਤਰੀਕੇ ਨਾਲ ਖੇਤੀ ਦੇ ਨਾਲ ਨਾਲ ਬਾਕੀ ਵਸਤਾਂ ਦਾ ਰੇਟ ਵਧਿਆ, ਬਾਕੀ ਵਸਤਾਂ ਦੀਆਂ ਕੀਮਤਾਂ ਵਧੀਆਂ, ਜਿਹੜੀ ਖੇਤੀ ਹੈ ਉਹ ਨਖਿੱਧ ਇਨ ਦੀ ਸੈਂਸ ਕਿ ਤੋਂ ਮੁਨਾਫਾ ਘਟਦਾ ਜਾ ਰਿਹਾ। ਇਹ ਨਹੀਂ ਕਿ ਇਹ ਕਿੱਤਾ ਮਾੜਾ ਹੈ, ਕਿੱਤਾ ਨੋ ਡਾਊਟ ਬਹੁਤ ਵਧੀਆ, ਕਿੱਤਾ ਬਹੁਤ ਇੰਟਰਸਟਿੰਗ ਹੈ, ਤੁਸੀਂ ਜੁੜੇ ਹੋਏ ਹੋ ਆਪਣੀ ਮਿੱਟੀ ਦੇ ਨਾਲ, ਪਰ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਵੀ ਕਿਸਾਨ ਦੇ ਪੱਲੇ ਜਿਹੜਾ ਕੁਝ ਨਹੀਂ ਪੈ ਰਿਹਾ। ਸੋ ਜਿਹੜੀ ਗੱਲ ਤੁਸੀਂ ਕੀਤੀ ਕਿ ਲੋੜ, ਅੱਜ ਜੇ ਆਪਾਂ ਹਾਲਾਤ ਵੇਖੀਏ ਤਾਂ ਖਾਸ ਕਰਕੇ ਜਿਵੇਂ ਸਾਡਾ ਵਿਸ਼ਾ ਹੈ ਕਿ ਛੋਟੇ ਤੇ ਸੀਮਾਂਤ ਕਿਸਾਨ, ਉਹ ਕਿਸਾਨ ਜਿਨ੍ਹਾਂ ਕੋਲੇ 5 ਏਕੜ ਤੋਂ ਘੱਟ ਪੈਲੀ ਹੈ, 2.5 ਤੋਂ 5 ਕਿੱਲੇ, ਅਸੀਂ ਉਹਨਾਂ ਨੂੰ ਛੋਟੇ ਕਿਸਾਨ ਕਹਿੰਦੇ ਹਾਂ। ਜਿਨ੍ਹਾਂ ਕੋਲੇ 2.5 ਏਕੜ ਤੋਂ ਵੀ ਘੱਟ ਪੈਲੀ ਹੈ ਉਹਨਾਂ ਨੂੰ ਅਸੀਂ ਸੀਮਾਂਤ ਜਾਂ ਮਾਰਜਨਲ ਫਾਰਮਰ ਜਾਂ ਸੀਮਾਂਤ ਕਿਸਾਨ ਕਹਿੰਦੇ ਹਾਂ। ਇੰਨੇ ਛੋਟੇ ਕਿਸਾਨ ਦੇਖੋ ਅੱਜ ਦੇ ਹਾਲਾਤ ਦੇ ਵਿੱਚ ਜੇ ਆਪਾਂ ਕਹੀਏ ਵੀ ਜੇ ਛੋਟਾ ਕਿਸਾਨ ਹੈ ਤੇ ਉਹ ਬਲਦ ਦੇ ਨਾਲ ਖੇਤੀ ਕਰਦੇ ਜਾਂ ਬੋਤੇ ਦੇ ਨਾਲ ਖੇਤੀ ਕਰ ਲੇ ਜਾਂ ਜਾਨਵਰਾਂ ਨਾਲ ਖੇਤੀ ਕਰ ਲੇ, ਉਹ ਸੰਭਵ ਨਹੀਂ। ਕਿਉਂਕਿ ਜਿਸ ਤਰ੍ਹਾਂ ਦੀ ਖੇਤੀ ਦੇ ਵਿੱਚ ਟੈਕਨੋਲੋਜੀ ਆ ਗਈ ਹੈ, ਜਿਸ ਤਰ੍ਹਾਂ ਦੀਆਂ ਖੇਤੀ ਦੇ ਵਿੱਚ ਕਿਸਮਾਂ ਆ ਗਈਆਂ, ਬਹੁਤ ਥੋੜੇ ਸਮੇਂ ਦੇ ਵਿੱਚ
ਜਿਹੜੀ ਇੱਕ ਫਸਲ ਨੇ ਕੱਟੇ ਜਾਣਾ ਹੁੰਦਾ ਤੇ ਅਗਲੀ ਫਸਲ ਨੇ ਖੇਤ ਦੇ ਵਿੱਚ ਆ ਜਾਣਾ। ਜੇ ਆਪਾਂ ਦੋਨੇ ਜਿੱਥੇ ਆਪਾਂ ਬੈਠੇ ਆ, ਆਪਾਂ ਨਰਮਾ ਪੱਟੀ ਦੇ ਵਿੱਚ ਬੈਠੇ ਆ, ਜੀ। ਉੱਥੇ ਮੁੱਖ ਤੌਰ ਤੇ ਨਰਮਾ ਕਣਕ ਤੇ ਝੋਨਾ ਕਣਕ ਦੋ ਫਸਲਾਂ ਹੁੰਦੀਆਂ। ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨਾ ਕੱਟ ਕੇ ਕਣਕ ਬੀਜਣ ਦਾ ਸਮਾਂ 15 ਤੋਂ 20 ਦਿਨ ਦਾ ਹੱਦ ਮਹੀਨਾ ਜੀ। ਨਰਮੇ ਦੇ ਵਿੱਚ ਵੀ ਹੈ ਵੀ ਨਰਮੇ ਦੀਆਂ ਛਟੀਆਂ ਪੱਟ ਕੇ ਕਣਕ ਬੀਜਣ ਦਾ ਸਮਾਂ ਵੀ 10-15 ਦਿਨ ਦਾ ਹੈ ਜੀ। ਸੋ ਇਸ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਬੜੀ ਜਲਦੀ ਜਿਹੜੇ ਆਪਾਂ ਕਹੀਏ ਕਿ ਸਾਡੇ ਜਿਹੜੇ ਕੰਮ ਧੰਦੇ ਨਿਬੇੜਨੇ ਆ, ਉਹ ਛੋਟੇ ਤੇ ਸੀਮਾਂਤ ਕਿਸਾਨਾਂ ਕੋਲ ਮਸ਼ੀਨਰੀ ਤੋਂ ਬਿਨਾਂ ਸੰਭਵ ਨਹੀਂ। ਤੇ ਛੋਟੇ ਤੇ ਸੀਮਾਂਤ ਕਿਸਾਨਾਂ ਕੋਲ ਇੰਨੇ ਸਾਧਨ ਨਹੀਂ, ਜਾਂ ਇੰਨਾ ਪੈਸਾ ਨਹੀਂ, ਜਾਂ ਇੰਨੀ ਪੂੰਜੀ ਨਹੀਂ ਕਿ ਉਹ ਮਸ਼ੀਨਰੀ ਲੈ ਸਕਣ। ਜੀ। ਪਰ ਮਜਬੂਰੀ ਵਸ ਆਪਾਂ ਦੇਖੀਏ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਵੀ ਮਸ਼ੀਨਰੀ ਲੈਣੀ ਪੈਂਦੀ ਹੈ, ਜਿਹੜਾ ਕਿ ਬਹੁਤ ਵੱਡਾ ਘਾਟੇ ਦਾ ਸੌਦਾ ਹੈ। ਸੋ ਕਹਿਣ ਤੋਂ ਭਾਵ ਕਿ ਜੇ ਸਮੇਂ ਦੇ ਹਾਣ ਦਾ ਬਣਨਾ ਉਹਨਾਂ ਕਿਸਾਨਾਂ ਨੇ, ਤਾਂ ਉਹਨਾਂ ਉੱਤੇ ਆਰਥਿਕ ਬੋਝ ਬਹੁਤ ਵੱਡਾ ਪੈ ਰਿਹਾ, ਜਿਹਦੇ ਕਰਕੇ ਕਰਜ਼ੇ ਦੀ ਪੰਡ ਦਿਨੋਂ ਦਿਨ ਜਿਹੜੇ ਛੋਟੇ ਸੀਮਾਂਤ ਦਰਮਿਆਨੇ ਕਿਸਾਨਾਂ ਤੇ ਭਾਰੀ ਹੁੰਦੀ ਜਾ ਰਹੀ ਹੈ। ਜੀ। ਜਦੋਂ ਆਪਾਂ ਥੋੜੀ ਜਿਹੀ ਵੰਡ ਦੀ ਗੱਲ ਕਰੀਏ ਤਾਂ ਜਿਹੜੇ ਦੇਖੋ ਛੋਟੇ ਕਿਸਾਨ ਨੇ, ਜਿਹੜੇ ਸੀਮਾਂਤ ਕਿਸਾਨ ਨੇ 2.5 ਕਿੱਲਿਆਂ ਤੋਂ ਘੱਟ ਵਾਲੇ, ਜੀ। ਉਹ 14% ਨੇ ਪੰਜਾਬ ਦੇ ਵਿੱਚ, ਤੇ ਉਹਨਾਂ ਕੋਲੇ ਸਿਰਫ ਤੇ ਸਿਰਫ 2.5% ਤੋਂ ਵੀ ਘੱਟ ਰਕਬਾ ਹੈ। ਜੀ। ਉਸ ਤੋਂ ਅਗਲੇ ਜਿਹੜੇ ਦਰਮਿਆਨੇ ਕਿਸਾਨ ਨੇ, ਉਹ ਲਗਭਗ 19% ਹੈ, ਤੇ ਉਹਨਾਂ ਕੋਲੇ ਟੋਟਲ 7.5% ਰਕਬਾ ਹੈ। ਜੀ। ਸੋ 10% ਤੋਂ ਘੱਟ ਰਕਬਾ ਇਹਨਾਂ ਦੋਨਾਂ ਕਿਸਾਨਾਂ ਕੋਲੇ ਦੀਆਂ ਜਿਹੜੀਆਂ ਇਹਨਾਂ ਦੇ ਗਰੁੱਪ ਨੇ, ਕੈਟੇਗਰੀ ਹੈ ਜੀ, ਸੀਮਾਂਤ ਤੇ ਛੋਟਿਆਂ ਕੋਲੇ ਹੈ। ਜੀ। ਜਦੋਂ ਕਿ ਇਹਨਾਂ ਦੀ ਪਾਪੂਲੇਸ਼ਨ, ਜਦੋਂ ਕਿ ਇਹਨਾਂ ਦੀ ਵਸੋਂ ਦੇ ਵਿੱਚ ਆਬਾਦੀ 33% ਬਣਦੀ ਹੈ। ਜੀ। ਦੂਜੇ ਪਾਸੇ ਵੱਡੇ ਕਿਸਾਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ 25 ਕਿੱਲਿਆਂ ਤੋਂ ਵੱਡੇ ਕਿਸਾਨ ਜਿਹੜੇ, ਉਹ ਇਹ ਮੰਨ ਕੇ ਚੱਲੋ ਕਿ ਸਿਰਫ ਤੇ ਸਿਰਫ 5% ਹੈ ਪੂਰੇ ਪੰਜਾਬ ਦੇ ਵਿੱਚ, ਜੀ। ਪਰ ਉਹਨਾਂ ਕੋਲੇ ਰਕਬਾ ਜਿਹੜਾ 22% ਦੇ ਕਰੀਬ ਹੈ। ਜੀ। ਸੋ ਤੁਸੀਂ ਦੇਖੋ 33% ਜਿਹੜੀ ਆਬਾਦੀ ਆ, ਉਹ ਸਿਰਫ 10% ਏਰੀਏ ਦੇ ਉੱਤੇ ਕੰਮ ਕਰ ਰਹੀ ਹੈ। ਜੀ। ਜਿਹੜਾ ਕਿ ਆਪਾਂ ਕਹੀਏ ਕਿ ਜਿਉਣ ਵਾਸਤੇ ਵੀ ਸੰਭਵ ਨਹੀਂ। ਜੀ। ਪਾਪੂਲੇਸ਼ਨ ਜਿਹੜੀ ਆਬਾਦੀ ਹੈ, ਉਹ ਦਿਨੋਂ ਦਿਨ ਵੱਧ ਰਹੀ ਹੈ। ਜੀ। ਜਿਵੇਂ ਜਿਵੇਂ ਖੇਤੀ ਦੀ ਮਸ਼ੀਨਰੀ ਵਧੀ ਜਾਂਦੀ ਹੈ, ਉਵੇਂ ਉਵੇਂ ਕਿਸਾਨ ਕੋਲ ਕੰਮ ਘਟ ਰਿਹਾ। ਸੋ ਹੁਣ ਤਰਾਸਦੀ ਦੇਖੋ ਕਿ ਇੱਕ ਕਿਸਾਨ ਕੋਲ ਆਪਦੇ ਕਰਨ ਵਾਸਤੇ ਕੰਮ ਕੋਈ ਨਹੀਂ, ਜ਼ਮੀਨ ਥੋੜੀ ਹੈ ਉਹਦੇ ਕੋਲ। ਜੀ। ਦੂਜੇ ਪਾਸੇ ਜੇ ਉਹ ਮਸ਼ੀਨਰੀ ਲੈਂਦਾ ਤੇ ਉਹਦੇ ਉਸਤੇ ਲਾਹੇਵੰਦ ਨਹੀਂ। ਜੀ। ਸੋ ਇਸ ਹਾਲਾਤਾਂ ਦੇ ਵਿੱਚ ਬੜੀ ਲੋੜ ਹੈ ਕਿ ਜੇ ਛੋਟੀਆਂ-ਛੋਟੀਆਂ ਜੋਤਾਂ ਨੂੰ ਅਸੀਂ ਇਕੱਠਾ ਕਰ ਲਈਏ ਤਾਂ ਸਾਡੇ ਕੋਲੇ ਕੰਮ ਵੀ ਵੱਧ ਸਕਦਾ ਹੈ, ਤੇ ਅਸੀਂ ਜਿਹੜੀ ਮਸ਼ੀਨਰੀ ਲਵਾਂਗੇ ਉਹ ਵੀ ਸਾਡੇ ਵਾਸਤੇ ਲਾਹੇਵੰਦ ਹੋ ਸਕਦੀ ਹੈ। ਜੀ। ਅੱਜ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਗੁਰਲੀਨ, ਤੇ ਪੰਜਾਬ ਦੇ ਵਿੱਚ ਲਗਭਗ 4.5 ਲੱਖ ਟਰੈਕਟਰ ਹੈ। ਜੀ। ਯੂਨੀਵਰਸਿਟੀ ਦੀ ਇੱਕ ਅਧਿਐਨ ਕੀਤਾ ਸੀਗਾ ਕਿ 1 ਹਾਰਸ ਪਾਵਰ ਟਰੈਕਟਰ ਵਾਸਤੇ 2 ਏਕੜ ਪੈਲੀ ਦੀ ਲੋੜ ਹੈ। ਜੀ। ਤੇ ਜੇ ਸਪੋਜ਼ 2 ਹਾਰਸ ਪਾਵਰ ਟਰੈਕਟਰ ਵਾਸਤੇ 1 ਏਕੜ ਪੈਲੀ ਦੀ ਲੋੜ ਹੈ, ਤੇ ਜੇ ਸਾਡੇ ਕੋਲੇ ਇਹ ਮੰਨ ਕੇ ਚੱਲੋ ਕਿ 25 ਹਾਰਸ ਪਾਵਰ ਦਾ ਛੋਟਾ ਤੋਂ ਛੋਟਾ ਟਰੈਕਟਰ ਹੈ, ਤੇ ਘੱਟੋ ਘੱਟ ਵੀ 12-13 ਕਿੱਲੇ ਪੈਲੀ ਚਾਹੀਦੀ ਹੈ ਜੇ ਅਸੀਂ 25 ਹਾਰਸ ਪਾਵਰ ਦੇ ਟਰੈਕਟਰ ਤੋਂ ਪੂਰਾ ਫਾਇਦਾ ਲੈਣਾ। ਜੀ। ਤੇ 12 ਕਿੱਲੇ ਦਾ ਸਾਡੇ 33% ਤੋਂ ਘੱਟ ਪਾਪੂਲੇਸ਼ਨ ਤਾਂ ਸਾਡੀ 10 ਕਿੱਲੇ ਤੋਂ ਘੱਟ ਵਾਲੀ ਹੈ। ਜੀ। ਬਿਲਕੁਲ। 5 ਕਿੱਲੇ ਤੋਂ ਘੱਟ ਵਾਲੀ ਹੈ। ਜੇ ਅਸੀਂ 10 ਦੀ ਗੱਲ ਕਰੀਏ ਤਾਂ ਸਾਡੇ ਕੋਲੇ 65% ਆਬਾਦੀ ਹੈ ਪੰਜਾਬ ਦੀ, ਜਿਨ੍ਹਾਂ ਕੋਲੇ 10 ਕਿੱਲਿਆਂ ਤੋਂ ਘੱਟ ਪੈਲੀ ਹੈ। ਜੀ। ਇਹਦਾ ਮਤਲਬ 65% ਆਬਾਦੀ ਦੇ ਖੇਤਾਂ ਦੇ ਉੱਤੇ ਤਾਂ 25% ਟਰੈਕਟਰ ਵੀ ਲਾਹੇਵੰਦ ਨਹੀਂ, ਪਰ ਦੂਜੇ ਪਾਸੇ ਸਾਡੇ ਕੋਲੇ 4.5 ਲੱਖ ਟਰੈਕਟਰ ਪੰਜਾਬ 'ਚ। ਜੀ। ਸੋ ਕਹਿਣ ਤੋਂ ਭਾਵ ਕਿ ਸਾਡਾ ਇੱਕ ਸਰਵੇਖਣ ਹੈ ਯੂਨੀਵਰਸਿਟੀ ਦਾ, ਮੈਂ ਖੁਦ ਇੱਥੇ ਸਰਵੇ ਕੀਤਾ ਬਠਿੰਡੇ ਦੇ ਵਿੱਚ, ਤਲਵੰਡੀ ਸਾਬੋ ਬਹੁਤ ਵੱਡੀ ਟਰੈਕਟਰਾਂ ਦੀ ਮੰਡੀ ਲੱਗਦੀ ਹੈ। ਜੀ। ਟਰੈਕਟਰ ਜਿਹੜਾ ਸਾਲ ਦੇ ਵਿੱਚ ਜੇ ਅਸੀਂ ਤੋਂ ਸਹੀ ਫਾਇਦਾ ਲੈਣਾ ਤਾਂ 1000 ਘੰਟਾ ਚੱਲਣਾ ਚਾਹੀਦਾ ਹੈ। ਜੀ। ਸਾਡੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਤੇ ਸੀਮਾਂਤ ਤੇ ਦਰਮਿਆਨੇ ਕਿਸਾਨ ਆ, ਉਹਨਾਂ ਦੇ ਖੇਤਾਂ ਦੇ ਟਰੈਕਟਰ ਸਿਰਫ 200 ਤੋਂ 250 ਘੰਟਾ ਚੱਲ ਨਹੀਂ ਰਿਹਾ ਪੂਰੇ ਸਾਲ 'ਚ। ਮਤਲਬ ਅਸੀਂ ਸਿਰਫ 25 ਪੈਸੇ ਵਰਤ ਰਹੇ ਹਾਂ, ਹੁਣ 75 ਪੈਸੇ ਸਾਡੇ ਤੇ ਉਹ ਖਰਚਾ ਪੈ ਰਿਹਾ। ਜੀ। ਅੱਜ ਜੇ 5 ਲੱਖ ਦਾ ਟਰੈਕਟਰ ਕਿਸਾਨ ਨੇ ਲਿਆ, ਛੋਟੇ ਤੇ ਸੀਮਾਂਤ ਕਿਸਾਨ ਨੇ, ਜੇ ਉਹਨੂੰ ਤੁਸੀਂ ਬਿਲਕੁਲ ਵੀ ਨਹੀਂ ਨਾ ਚਲਾਉਂਦੇ, ਤਾਂ ਖੜੇ ਟਰੈਕਟਰ ਦਾ ਰੋਜ਼ ਦਾ 1000 ਤੋਂ 1200 ਰੁਪਏ ਦਾ ਖਰਚ, ਖੜੇ ਦਾ, ਬਿਲਕੁਲ ਛੇੜਨਾ ਨਹੀਂ। ਜੀ। ਜੇ ਤੁਸੀਂ ਛੇੜੋਗੇ ਤਾਂ ਤੇਲ ਖਾਊਗਾ। ਬਿਲਕੁਲ। ਸੋ ਇਹ ਜਿਹੜੇ ਹਾਲਾਤ ਨੇ, ਇਹ ਛੋਟੇ ਤੇ ਸੀਮਾਂਤ ਕਿਸਾਨਾਂ ਵਾਸਤੇ ਲਾਹੇਵੰਦ ਨਹੀਂ। ਜੇ ਅਸੀਂ ਖੇਤੀ ਨੂੰ ਥੋੜਾ ਜਿਹਾ ਮੋੜ ਦੇਣਾ ਚਾਹੁੰਦੇ ਆ, ਇਹ ਛੋਟੇ ਤੇ ਸੀਮਾਂਤ ਕਿਸਾਨਾਂ ਵਾਸਤੇ ਵੀ ਜ਼ਰੂਰੀ ਹੈ ਕਿ ਕੁਝ ਪੈਸਾ ਇਹਨਾਂ ਦੇ ਹੱਥ 'ਚ ਹੋਵੇ, ਤਾਂ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਕਰ ਸਕਣ, ਕਿਸੇ ਬਿਮਾਰੀ ਟਾਈਮ ਤੇ ਇਹਨਾਂ ਨੂੰ ਕੰਮ ਆ ਸਕੇ। ਤੁਸੀਂ ਦੇਖੋ, ਜਦੋਂ ਵੀ ਕੋਈ ਵੱਡਾ ਖਰਚਾ ਇਸ ਕੈਟੇਗਰੀ ਦੇ ਕਿਸਾਨਾਂ ਤੇ ਜਾਂ ਇਸ ਕਲਾਸ ਦੇ ਕਿਸਾਨਾਂ ਤੇ ਪੈਂਦਾ ਹੈ, ਤਾਂ ਉਹਨਾਂ ਨੂੰ ਆੜ੍ਹਤੀਆਂ ਅੱਗੇ, ਜ਼ਿਮੀਂਦਾਰਾਂ ਅੱਗੇ, ਸਰਮਾਏਦਾਰਾਂ ਅੱਗੇ ਹੱਥ ਅੱਡਣੇ ਪੈਂਦੇ, ਜਾਂ ਬੈਂਕਾਂ ਤੋਂ ਕਰਜ਼ਾ ਲੈਣਾ ਪੈਂਦਾ, ਔਰ ਉਹ ਕਰਜ਼ਾ ਜਿਹੜਾ
ਦਿਨੋਂ ਦਿਨ ਵੱਧਦਾ ਜਾਂਦਾ ਹੈ। ਦੇਖੋ ਕਰਜ਼ਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਇੱਕ ਮਿੱਠਾ ਜ਼ਹਿਰ ਹੈ, ਮੈਂ ਸਾਫ਼ ਸ਼ਬਦਾਂ 'ਚ ਕਹਾਂ। ਜੇ ਤੁਸੀਂ ਸਹੀ ਕੰਮ ਵਾਸਤੇ ਕਰਜ਼ਾ ਨਹੀਂ ਲਾਇਆ ਤੇ ਜਿਹੜਾ ਤੁਸੀਂ ਇਹ ਮਿੱਠਾ ਜ਼ਹਿਰ ਪੀਤਾ ਤੁਹਾਨੂੰ ਹੌਲੀ ਇਹ ਖਤਮ ਕਰ ਦੂਗਾ ਜੀ। ਜੇ ਤੁਸੀਂ ਕਰਜ਼ਾ ਲਿਆ ਤੇ ਉਹਦੀ ਜਿਹੜੀ ਕਿਸ਼ਤ ਬਣਦੀ ਹੈ ਉਸ ਤੋਂ ਵੱਧ ਮੁਨਾਫਾ ਤੁਹਾਨੂੰ ਮੁੜਨਾ ਚਾਹੀਦਾ ਹੈ, ਫਿਰ ਤੁਸੀਂ ਉਹ ਕਰਜ਼ਾ ਉਤਾਰ ਸਕਦੇ ਹੋ ਜੀ। ਤੇ ਹੁਣ ਇਹ ਤਰਾਸਦੀ ਕੀ ਹੈ, ਜ਼ਮੀਨ ਦੇ ਨੰਬਰ ਦਿੱਤੇ, ਟਰੈਕਟਰ ਲਿਆ, ਕਿਉਂਕਿ ਘਰੇ ਕਰਜ਼ਾ ਲੈ ਨਹੀਂ ਸਕਦੇ ਕਿਸੋਂ, ਹਨਾ, ਟਰੈਕਟਰ ਨੰਬਰ ਦੇ ਕੇ ਜ਼ਮੀਨ ਦੇ ਲੈ ਲਿਆ, ਟਰੈਕਟਰ ਨੂੰ ਅਗਲੇ ਦਿਨ ਮੰਡੀ ਦੇ ਵਿੱਚ ਲਾਤਾ ਜੀ। ਨਵਾਂ ਟਰੈਕਟਰ 70 80 ਹਜ਼ਾਰ ਦੇ ਘਾਟੇ ਦੇ ਉੱਤੇ ਕਿਸਾਨ ਵੇਚ ਰਿਹਾ ਕਿਉਂਕਿ ਉਹਦੇ ਆਪਦੇ ਖਰਚੇ ਪੂਰੇ ਕਰਨੇ। ਜੀ। ਸੋ ਇਸ ਟਾਈਮ ਦੇ ਉੱਤੇ ਬੜੀ ਵੱਡੀ ਲੋੜ ਹੈ ਕਿ ਅਸੀਂ ਜਿਹੜੀ ਸਾਂਝੀ ਖੇਤੀ ਹੈ ਉਸ ਸੰਕਲਪ ਦੇ ਉੱਤੇ, ਉਸ ਮੁੱਦੇ ਦੇ ਉੱਤੇ, ਉਸ ਵਿਸ਼ੇ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਛੋਟੇ ਕਿਸਾਨਾਂ ਨੂੰ। ਮੈਂ ਤਾਂ ਇਹ ਵੀ ਕਹੂੰਗਾ ਕਿ ਜੇ ਕੋਈ ਗਵਰਨਮੈਂਟ ਵੀ ਪਾਲਿਸੀ ਲੈ ਕੇ ਆਵੇ ਤਾਂ ਬਹੁਤ ਵਧੀਆ ਹੈ। ਕੋਆਪਰੇਟਿਵ ਕਈ ਤਰ੍ਹਾਂ ਦੀਆਂ ਸਾਂਝੀਆਂ ਖੇਤੀਆਂ ਆਪਾਂ ਅੱਗੇ ਗੱਲ ਕਰਾਂਗੇ, ਹੋ ਸਕਦੀ ਹੈ, ਪਰ ਜੇ ਕੋਈ ਨਹੀਂ ਵੀ ਲੈ ਕੇ ਆਉਂਦਾ ਤਾਂ ਕਿਸਾਨ ਨੂੰ ਤਾਂ ਆਪਣੀ ਲੋੜ ਹੈ ਨਾ ਅੱਜ ਜੀ। ਉਹਨੂੰ ਆਪਣੇ ਲੈਵਲ ਤੇ ਹੀ ਜਿਹੜੇ ਇਕੱਠੇ ਹੋ ਕੇ ਜਿਹੜੀ ਖੇਤੀ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਵੱਡੀ ਮਸ਼ੀਨਰੀ ਦੇ ਖਰਚਿਆਂ ਨੂੰ ਝੱਲ ਸਕੀਏ, ਤਾਂ ਕਿ ਅਸੀਂ ਜਿਹੜੀ ਸਾਡੀ ਆਬਾਦੀ ਖੇਤੀ ਦੇ ਉੱਤੇ ਵੱਧ ਰਹੀ ਹੈ, ਜਿਹਦੇ ਕੋਲ ਕੰਮ ਨਹੀਂ ਘਟ ਰਿਹਾ, ਅਸੀਂ ਵਿਹਲੇ ਹਾਂ, ਸਾਡੇ ਕੋਲ ਕੰਮ ਘਟ ਰਿਹਾ, ਅਸੀਂ ਬੇਰੁਜ਼ਗਾਰ ਹੈ। ਬਿਲਕੁਲ ਬੇਰੁਜ਼ਗਾਰ ਕੋਈ 100% ਬੇਰੁਜ਼ਗਾਰ ਹੈ, ਕੋਈ 50% ਬੇਰੁਜ਼ਗਾਰ ਹੈ। ਕੋਈ ਇਕਨੋਮਿਕਸ ਦਾ ਇੱਕ ਰੂਲ ਹੈ ਕਿ ਜੇ ਤੁਹਾਡੇ ਕੋਲੇ 365 ਦਿਨਾਂ ਚੋਂ 270 ਦਿਨ ਕੰਮ ਨਹੀਂ ਤਾਂ ਤੁਸੀਂ ਬੇਰੁਜ਼ਗਾਰ ਹੈ ਜੀ। ਇੱਕ ਹਫ਼ਤੇ 'ਚ ਘੱਟੋ ਘੱਟ 42 ਘੰਟੇ ਤੁਹਾਡੇ ਕੋਲੇ ਕੰਮ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ, ਜਿਵੇਂ ਕਿ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਜੇਕਰ ਇੱਕ ਸੀਮਿਤ ਸਮੇਂ ਦੇ ਲਈ ਤੁਹਾਡੇ ਕੋਲੇ ਕੰਮ ਨਹੀਂ ਹੈਗਾ ਤਾਂ ਤੁਸੀਂ ਕਿਤੇ ਨਾ ਕਿਤੇ ਬੇਰੁਜ਼ਗਾਰ ਗਿਣੇ ਜਾਂਦੇ ਹੋ। ਇਸੇ ਤਰ੍ਹਾਂ ਜੇਕਰ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਕਿ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਲਈ ਜਿਨ੍ਹਾਂ ਦੇ ਮਸ਼ੀਨਰੀ ਦੇ ਖਰਚੇ ਜਾਂ ਆਰਥਿਕ ਬੋਝ ਦੀ ਜਿਹੜੀ ਪੰਡ ਹੈ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈਗੀ ਜੀ। ਇਸ ਦੇ ਨਾਲ ਹੀ ਤੁਸੀਂ ਗੱਲ ਕੀਤੀ ਕਿ ਜਿਹੜੀ ਲੁਕੀ ਹੋਈ ਬੇਰੁਜ਼ਗਾਰੀ ਹੈ ਕਿਤੇ ਨਾ ਕਿਤੇ ਉਹ ਵੀ ਦਿਨ ਬ ਦਿਨ ਜਿਹੜੀ ਉਹ ਵੱਧਦੀ ਜਾ ਰਹੀ ਹੈ। ਕੀ ਇਸ ਤੋਂ ਇਲਾਵਾ ਵੀ ਕੋਈ ਹੋਰ ਲੋੜਾਂ ਨੇ ਕਿ ਸਾਨੂੰ ਇਹਨਾਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਸਾਂਝੀ ਖੇਤੀ ਵੱਲ ਪ੍ਰੇਰਨਾ ਚਾਹੀਦੀ ਹੈ? ਬਿਲਕੁਲ ਜੀ ਗੁਰਲੀਨ, ਦੇਖੋ ਜਿਹੜਾ ਅੱਜ ਦਾ ਸਮਾਜ ਹੈ, ਅੱਗੇ ਲੋਕੀ ਪੜ੍ਹਦੇ ਸੀ ਨੌਕਰੀ ਲੈਣ ਵਾਸਤੇ ਜੀ। ਸਾਡੇ ਵੱਡੇ ਵਡੇਰੇ ਜੇ ਉਹਨਾਂ ਨਾਲ ਗੱਲ ਕਰਦੇ ਨਾ ਤੇ ਕਈ ਵਾਰੀ ਬੱਚਿਆਂ ਨੂੰ ਜੇ ਪੜ੍ਹ ਨਹੀਂ ਪਾਉਣਾ ਵੀ ਅਸੀਂ ਕਿਹੜਾ ਨੌਕਰੀ ਕਰਾਉਣੀ ਹੈ, ਜਾਂ ਧੀਆਂ ਨੂੰ ਪੜ੍ਹ ਨਹੀਂ ਪਾਉਣਾ ਵੀ ਇਹਨੇ ਕਿਹੜਾ ਨੌਕਰੀ ਕਰਨੀ ਹੈ। ਅੱਜ ਮੈਂ ਕਹਿੰਦਾ ਜੇ ਪੜ੍ਹਨਾ ਨੌਕਰੀ ਕਰਨ ਵਾਸਤੇ ਨਹੀਂ, ਜੇ ਤੁਸੀਂ ਜਿਉਣਾ ਹੈ ਨਾ ਤੇ ਤਾਂ ਵੀ ਤੁਹਾਡੇ ਪੜ੍ਹਿਆ ਲਿਖਿਆ ਹੋਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤੁਸੀਂ ਜੇ ਪੜ੍ਹੇ ਲਿਖੇ ਨਹੀਂ ਤੇ ਤੁਸੀਂ ਬਿਲਕੁਲ ਇੱਕ ਅੱਖਾਂ ਤੇ ਪੱਟੀ ਬੰਨੀ ਕਿ ਤੁਹਾਡੇ ਤੁਸੀਂ ਲੋਕਾਂ ਤੇ ਡਿਪੈਂਡੈਂਟ ਹੈ। ਔਰ ਇੰਨਾ ਤੁਸੀਂ ਕਹੋ ਵੀ ਇਸ ਮੁਲਕ ਦੇ ਵਿੱਚ ਲੁੱਟ ਪੈ ਚੁੱਕੀ ਹੈ, ਮੈਂ ਕਹਾਂ ਸਹੀ ਮਾਇਨੇ ਦੇ ਵਿੱਚ, ਕਿ ਤੁਹਾਨੂੰ ਪੈਰ ਤੇ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ, ਪੈਰ ਤੇ ਤੁਹਾਡੇ ਨਾਲ ਧੋਖਾ ਕੀਤਾ ਜਾ ਰਿਹਾ, ਪੈਰ ਤੇ ਤੁਹਾਨੂੰ ਲੁੱਟਿਆ ਜਾ ਰਿਹਾ ਜੀ। ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹ ਚੇਤਨ ਹੋਊਗਾ, ਅਵੇਅਰ ਹੋਊਗਾ, ਉਹਨੂੰ ਪਤਾ ਹੋਊਗਾ ਕਿ ਚੰਗੇ ਮਾੜੇ ਦਾ ਕੀ ਫਰਕ ਹੈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕਿਸਾਨ ਦਵਾਈ ਲੈ ਕੇ ਆਉਂਦਾ ਹੈ ਮੰਡੀ ਦੇ ਵਿੱਚੋਂ, ਦੋ ਦਵਾਈਆਂ ਲੈ ਕੇ ਆਇਆ, ਉਹ ਇੱਕ ਦਵਾਈ ਸੁੰਡੀ ਮਾਰਨ ਵਾਲੀ ਹੈ, ਇੱਕ ਦਵਾਈ ਨਦੀਨ ਨਾਸ਼ਕ ਹੈ ਜੀ। ਉਹਨੇ ਦਵਾਈ ਦੇ ਉੱਤੇ ਕੀ ਲਿਖਿਆ, ਕਿਹੜੀ ਮਾਤਰਾ ਕਿੰਨੀ ਹੈ, ਉਹ ਨਹੀਂ ਉਹਨੂੰ ਪਛਾਣ। ਉਹਨੂੰ ਪਛਾਣ ਹੈ ਕਿ ਇਹਦੇ ਉੱਤੇ ਲੇਬਲ ਕਿਹੜਾ ਲੱਗਿਆ, ਹਰੇ ਰੰਗ ਦਾ ਲੱਗਿਆ ਕਿ ਲਾਲ ਰੰਗ ਦਾ ਲੱਗਿਆ ਜੀ। ਉਹਨੇ ਉਸੇ ਲੇਬਲ ਦੇ ਹਿਸਾਬ ਨਾਲ ਸਪਰੇਅ ਕਰਨੀ ਹੈ। ਔਰ ਸਾਡੇ ਕੋਲੇ ਹਰ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਕਿ ਇੱਕ ਦਵਾਈ ਸੀਗੀ ਜੀ, ਉਹ ਕਰਨੀ ਤਾਂ ਕੀੜਿਆਂ ਵਾਲੀ ਸੀ, ਕਰਤੀ ਕੱਖਾਂ ਵਾਲੀ, ਫਸਲ ਖਤਮ ਹੋ ਗਈ ਜੀ। ਤੁਸੀਂ ਦੇਖੋ ਫਸਲ ਹੀ ਜਾਨ ਹੈ ਜ਼ਿਮੀਂਦਾਰ ਦੀ, ਉਸੇ ਤੋਂ ਪੈਸੇ ਆਉਣੇ ਆ, ਤੇ ਜੋ ਦਵਾਈ ਗਲਤ ਕਰਕੇ ਮਾਰਤੀ, ਸਪਰੇਅ ਕਰਕੇ ਖਤਮ ਹੋ ਗਈ, ਕਿਉਂ ਉਹ ਜਾਣਬੁੱਝ ਕੇ ਨਹੀਂ ਮਾਰੀ ਉਹਨੇ, ਉਹਨੂੰ ਪਤਾ ਹੀ ਨਹੀਂ, ਉਹਨੂੰ ਗਿਆਨ ਹੀ ਨਹੀਂ। ਸੋ ਇਸ ਕਰਕੇ ਇਹ ਪੜ੍ਹੇ ਲਿਖੇ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇ ਪੜ੍ਹਨਾ ਹੈ ਤਾਂ ਉਹਦੇ ਵਾਸਤੇ ਸਾਡੇ ਕੋਲੇ ਪੈਸਾ ਵੀ ਚਾਹੀਦਾ, ਉਹਦੇ ਵਾਸਤੇ ਸਾਡੇ ਕੋਲੇ ਰਿਸੋਰਸਸ ਵੀ ਚਾਹੀਦੇ। ਕਿ ਰਿਸੋਰਸਸ ਸਾਡੇ ਜਿਸ ਤਰ੍ਹਾਂ ਦੀ ਸਾਡਾ ਹਾਲਾਤ ਚੱਲ ਰਿਹਾ ਹੈ, ਸਾਡੇ ਕੋਲ ਤਾਂ ਰੋਟੀ ਖਾਣ ਨੂੰ ਪੈਸਾ ਨਹੀਂ ਸੀ, ਕਿਵੇਂ ਜਵਾਕਾਂ ਨੂੰ ਪੜ੍ਹਾ ਲਾਂਗੇ ਜੀ। ਤੇ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਕੋਲੇ ਘੱਟੋ ਘੱਟ ਸਿਕਿਉਰਿਟੀ ਵਾਸਤੇ, ਆਪਣੀ ਬੱਚਿਆਂ ਦੀ ਐਜੂਕੇਸ਼ਨ ਵਾਸਤੇ, ਉਹਨਾਂ ਨੂੰ ਚੰਗੇ ਸ਼ਹਿਰੀ ਬਣਾਉਣ ਵਾਸਤੇ, ਉਹਨਾਂ ਦਾ ਰੌਸ਼ਨ ਭਵਿੱਖ ਕਰਨ ਵਾਸਤੇ ਸਾਡੇ ਹੱਥ ਦੇ ਵਿੱਚ ਪੈਸਾ ਜ਼ਰੂਰੀ ਹੈ। ਜੇ ਪੈਸਾ ਦੀ ਲੋੜ ਹੈ ਤਾਂ ਫਿਰ ਸਾਨੂੰ ਕੋਈ ਇਸ ਤਰ੍ਹਾਂ ਦਾ ਮਾਡਲ ਤਿਆਰ ਕਰਨਾ ਪਊਗਾ ਜਿਹਦੇ ਵਿੱਚ ਅਸੀਂ 4 ਪੈਸੇ ਕਮਾ ਸਕੀਏ। ਤੇ ਉਹ ਇਸ ਤਰੀਕੇ ਨਾਲ ਕਣਕ ਝੋਨੇ ਦੇ ਫਸਲੀ ਚੱਕਰ 'ਚ ਇੱਕ ਵਾਰੀ ਕਣਕ ਬੀਜਤੀ, ਮੁੜ ਕੇ ਵੱਢਣ ਜਿੰਨਾ ਚਿਰ ਕਮਾਈ ਨਹੀਂ ਹੁੰਦੀ, ਅਸੀਂ ਵਿਹਲੇ ਹਾਂ, ਤਖਤ ਪੋਸ਼ ਤੇ ਬੈਠੇ ਸਮਾਂ ਬਰਬਾਦ ਕਰ ਰਹੇ ਹਾਂ, ਤਾਸ਼ ਕੁੱਟ ਰਹੇ ਹਾਂ, ਗੱਲਾਂ ਕਰ ਰਹੇ ਹਾਂ ਜੀ। ਖੇਤੀ ਦੇ ਵਿੱਚ ਅੱਜ ਦੀ ਡੇਟ 'ਚ ਗੁਰਲੀਨ, ਜੇ ਇੱਕ ਪਰਿਵਾਰ ਦੇ ਵਿੱਚ 4 ਜੀ ਹੈ, ਜੇ 4 ਜੀਆਂ ਕੋਲੇ ਕੰਮ ਹੈ ਨਹੀਂ ਤਾਂ ਉਹ ਪਰਿਵਾਰ ਖੁਸ਼ੀ ਨਹੀਂ ਰਹਿ ਸਕਦਾ, ਉਹ ਪਰਿਵਾਰ ਤੇ ਪ੍ਰੋਬਲਮ ਆਊਗੀ। ਇਹ ਨਹੀਂ ਕਿ ਜੇ ਇੱਕ ਜੀ ਕਮਾਉਣ ਵਾਲਾ ਤੇ 3 ਖਾਣ ਵਾਲੇ ਆ, 4 ਜੀ ਕਮਾਉਣਗੇ ਤਾਂ ਪਰਿਵਾਰ ਚੰਗਾ ਚੱਲ ਸਕਦਾ ਹੈ। ਉਹ 4 ਜੀਆਂ ਨੂੰ ਕਮਾਉਣ ਵਾਸਤੇ ਕੰਮ ਕਿਵੇਂ ਅਸੀਂ ਕੱਢ ਕੇ ਲਿਆਉਣਾ ਹੈ, ਉਹ ਸਾਂਝੀ ਖੇਤੀ ਦੇ ਵਿੱਚੋਂ ਨਿਕਲ ਸਕਦਾ। ਇਸ ਕਰਕੇ ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈ ਜੀ।
ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਪਰਿਵਾਰਕ ਜੀਆਂ ਨੂੰ ਵੀ ਇੱਕ ਚੰਗੇ ਤਰੀਕੇ ਦੇ ਨਾਲ ਚੱਲਣ ਦੀ ਗੱਲ ਕੀਤੀ। ਇਸ ਦੇ ਨਾਲ ਅਸੀਂ ਇਹ ਵੀ ਗੱਲ ਕੀਤੀ ਕਿ ਕਿਵੇਂ ਜਿਹੜੀ ਸਾਂਝੀ ਖੇਤੀ ਹੈ ਉਹ ਇੱਕ ਨਾ ਸਿਰਫ ਖੇਤੀ ਦੇ ਲਈ ਹੀ ਬਲਕਿ ਸਾਡੇ ਰੋਜ਼ਾਨਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵੀ ਉਸਦੀ ਬਹੁਤ ਲੋੜ ਹੈ ਅੱਜ ਦੇ ਮੌਕੇ ਦੇ ਉੱਤੇ। ਤਾਂ ਡਾਕਟਰ ਸਾਹਿਬ, ਗੱਲਾਂ ਇਹ ਵੀ ਨਿਕਲ ਕੇ ਕਈ ਵਾਰੀ ਕਿਸਾਨ ਵੀਰਾਂ ਦੇ ਵੱਲੋਂ ਸਵਾਲ ਆਉਂਦੇ ਆ ਕਿ ਕਰਨੀ ਤਾਂ ਚਾਹੁੰਦੇ ਆ ਪਰ ਹੋ ਨਹੀਂ ਰਹੀ, ਤਾਂ ਫਿਰ ਕੀ ਇਹ ਕਾਰਨ ਹੈ ਕਿ ਇਹ ਸਾਂਝੀ ਖੇਤੀ ਕਿਉਂ ਨਹੀਂ ਹੋ ਰਹੀ ਅੱਜ ਦੇ ਸਮੇਂ ਦੇ ਵਿੱਚ? ਬਹੁਤ ਵੱਡਾ ਸਵਾਲ ਹੈ ਹਨਾ। ਹੋ ਸਕਦਾ ਕਿਸਾਨ ਵੀਰਾਂ ਦਾ ਵੀ ਸਵਾਲ ਹੋਵੇ ਜੀ, ਕਿ ਕਿਸਾਨ ਵੀਰ ਅਕਸਰ ਇਹ ਗੱਲਾਂ ਕਹਿੰਦੇ ਸੁਣਦੇ ਕਿ ਅਸੀਂ ਚਾਹੁੰਦੇ ਤਾਂ ਹਾਂ ਕਿ ਸਾਡੀ ਕੋਈ ਬੱਚਤ ਹੋਵੇ, ਸਾਨੂੰ ਕੋਈ ਰਾਹ ਮਿਲੇ ਜਿੱਥੇ ਅਸੀਂ ਆਪਣੀ ਬੱਚਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਸਕੀਏ, ਆਪਣੇ ਆਲੇ ਦੁਆਲੇ ਨੂੰ ਸੁਹਿਰਦ ਬਣਾ ਸਕੀਏ, ਪਰ ਕੀ ਕਾਰਨ ਉਹ ਰਹਿ ਜਾਂਦੇ ਨੇ ਕਿ ਜਿਹੜੀ ਸਾਂਝੀ ਖੇਤੀ ਹੈ ਉਸ ਤੋਂ ਅਸੀਂ ਦਿਨ ਬ ਦਿਨ ਦੂਰ ਹੁੰਦੇ ਜਾ ਰਹੇ ਹਾਂ। ਹਾਂ ਬਿਲਕੁਲ, ਜੇ ਆਪਾਂ ਕਾਰਨਾਂ ਦੀ ਗੱਲ ਕਰੀਏ ਨਾ ਜੀ, ਤੇ ਬਹੁਤ ਜ਼ਰੂਰੀ ਹੈ ਇਹ ਚੀਜ਼। ਜੇ ਕਿਸੇ ਸਮੱਸਿਆ ਦਾ ਅਸੀਂ ਹੱਲ ਲੱਭਣਾ ਚਾਹੁੰਦੇ ਹਾਂ ਤਾਂ ਉਸ ਸਮੱਸਿਆ ਨੂੰ ਘੋਖਣਾ, ਉਹਦਾ ਆਪਰੇਸ਼ਨ ਕਰਨਾ, ਉਹਨੂੰ ਪੂਰਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ। ਸੋ ਕਿਉਂ ਨਹੀਂ ਹੋ ਰਹੀ, ਮੈਂ ਸਭ ਤੋਂ ਜਿਹੜੀ ਪਹਿਲੀ ਚੀਜ਼ ਇਹ ਸਮਝਦਾ ਨਾ ਉਹ ਹੈ ਸਾਡੀ ਮਾਨਸਿਕਤਾ ਜੀ। ਜਦੋਂ ਤੁਸੀਂ ਸਾਂਝੇ ਹੋਣਾ ਹੈ ਨਾ, ਜਦੋਂ ਤੁਸੀਂ ਇਕੱਠੇ ਹੋਣਾ ਹੈ, ਤੇ ਤੁਹਾਨੂੰ ਅੰਦਰ ਜਿਹੜਾ ਆਪਣਾ ਐਡਾ ਵੱਡਾ ਮਤਲਬ ਵਾਹਿਗੁਰੂ ਨੇ ਉੱਤੇ ਧਰਿਆ ਭਾਰ ਆਪਣੇ ਸਿਰ ਦੇ ਉੱਤੇ ਨਾ, ਇਹਨੂੰ ਅੰਦਰੋਂ ਸਾਫ਼ ਕਰਨਾ ਪੈਣਾ ਜੀ, ਹਨਾ। ਜੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਿੰਤੂ ਪਰੰਤੂ ਹੈ ਵੀ ਮੈਂ ਉਹਦੇ ਨਾਲ ਇਕੱਠੇ ਹੋ ਕੇ ਸਾਂਝੀ ਖੇਤੀ ਕਰ ਲਾਂ, ਉਹ ਫਸਲ ਵੇਚਣ ਗਿਆ, ਪਤਾ ਨਹੀਂ ਮੇਰੇ ਪੱਲੇ ਕੁਝ ਪਾਊ ਕਿ ਨਹੀਂ ਪਾਊ, ਪ੍ਰੋਬਲਮ ਇੱਥੇ ਆਉਂਦੀ ਹੈ ਜੀ। ਮਤਲਬ ਤੁਹਾਨੂੰ ਇੱਕ ਨਿੱਜ ਛੱਡ ਕੇ ਤੁਹਾਨੂੰ ਇੱਕ ਸਾਫ਼ ਮਨ ਦੇ ਨਾਲ ਆਉਣਾ ਪਊਗਾ, ਕਿਉਂਕਿ ਸਾਡੀ ਮਾਨਸਿਕਤਾ ਇਹ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਮੋਬਾਈਲ ਯੁੱਗ ਤੋਂ ਬਿਨਾਂ ਵੀ ਅਸੀਂ ਇਕੱਲੇ ਹੁੰਦੇ ਜਾ ਰਹੇ ਹਾਂ। ਇੱਕ ਜ਼ਿਮੀਂਦਾਰ ਦੇ ਜੇ ਦੋ ਬੇਟੇ ਐ, ਇੱਕ ਨੂੰ ਐ ਲੱਗ ਪਤਾ ਵੀ ਮੈਂ ਤਾਂ ਕੰਮ ਜ਼ਿਆਦਾ ਕਰਦਾ, ਦੂਜਾ ਤਾਂ ਜੇ ਉਹ ਸੁਪਰਵੀਜ਼ਨ ਤੇ ਲੱਗਿਆ ਵੀ ਇਹ ਤਾਂ ਐਸ਼ ਕਰਦਾ, ਚਿੱਟੇ ਕੱਪੜੇ ਪਾਉਂਦਾ, ਮੈਂ ਪਾਸੇ ਹੋ ਜਾ, ਸ਼ਾਇਦ ਮੈਂ ਜ਼ਿਆਦਾ ਕਮਾ ਲੂੰਗਾ। 4 ਕਿੱਲੇ ਆ, 2-2 ਕਿੱਲੇ ਲੈ ਕੇ ਪਾਸੇ ਹੋ ਜਾਂਦੇ, ਉਹ ਤਾਂ ਉਦੋਂ ਵੀ ਜ਼ਿਆਦਾ ਵੱਡੀ ਪ੍ਰੋਬਲਮ ਆ ਗਈ। ਮਤਲਬ ਇਹ ਸੋਚ ਹੈ, ਇਹ ਸੋਚ ਪਰਿਵਾਰ ਦੇ ਵਿੱਚ ਬਣਾਉਣੀ ਪਊਗੀ। ਕਹਿੰਦੇ ਜੇ ਸਾਂਝੇ ਪਰਿਵਾਰ ਦਾ ਨਾ, ਸਾਂਝਾ ਪਰਿਵਾਰ ਐਂ ਨਹੀਂ ਚੱਲ ਜਾਂਦਾ ਜਿਵੇਂ ਆਪਾਂ ਦੂਰੋਂ ਵੇਖਦੇ ਆ ਵੀ ਸਾਂਝਾ ਪਰਿਵਾਰ ਹੈ, ਕਿੰਨੇ ਖੁਸ਼ ਨੇ, ਕਿੰਨੇ ਹਾਸੇ ਮਜ਼ਾਕ ਨੇ। ਉਹਦੇ ਵਾਸਤੇ ਬਹੁਤ ਵੱਡੀ ਕੁਰਬਾਨੀ ਕਰਨੀ ਪੈਂਦੀ ਹੈ, ਖਾਸ ਕਰਕੇ ਵੱਡਿਆਂ ਨੂੰ ਜੀ ਕੁਰਬਾਨੀ ਕਰਨੀ ਪੈਂਦੀ। ਤੁਹਾਡੇ 'ਚ ਪੇਸ਼ੈਂਸ ਚਾਹੀਦੀ ਹੈ, ਤੁਹਾਡੇ 'ਚ ਮਾਦਾ ਹੋਣਾ ਚਾਹੀਦਾ ਬਰਦਾਸ਼ਤ ਕਰਨ ਦਾ, ਤੁਸੀਂ ਕਿਸੇ ਦੀ ਗੱਲ ਸਹਿ ਸਕੋ। ਜੇ ਤੁਸੀਂ ਸਹਿ ਨਹੀਂ ਸਕਦੇ ਤਾਂ ਨਾਲ ਦੀ ਨਾਲ ਭਾਂਡੇ ਖੜਕ ਜਾਂਦੇ, ਫਿਰ ਤਾਂ ਕੰਧਾਂ 'ਚ ਵੰਡੀਆਂ ਪੈ ਜਾਂਦੀਆਂ, ਆਪਾਂ ਨੂੰ ਪਤਾ ਹੀ ਹੈ। ਸੋ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਕਿ ਸਾਨੂੰ ਆਪਣੀ ਮਾਨਸਿਕਤਾ ਚੇਂਜ ਕਰਨੀ ਪਊਗੀ। ਸਾਨੂੰ ਇੱਕ ਬਹੁਤ ਵੱਡਾ ਸੰਕਲਪ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਨੇ ਦਿੱਤਾ ਸੀ, ਵੰਡ ਕੇ ਛਕਣ ਦਾ। ਸਾਂਝੀ ਖੇਤੀ ਵੰਡ ਕੇ ਛਕਣ ਦਾ ਹੀ ਮੁੱਦਾ ਹੈ ਜੀ। ਵੰਡ ਕੇ ਛਕਣਾ, ਸ਼ੇਅਰ ਇਟ ਕਹਿੰਦੇ ਆ, ਸਾਡੇ ਸਾਰਿਆਂ ਦੇ ਮੋਬਾਈਲ ਦੇ ਵਿੱਚ ਸ਼ੇਅਰ ਇਟ ਐਪਲੀਕੇਸ਼ਨ ਹੈ। ਉਹ ਕਿੱਥੋਂ ਆਈ ਆ? ਸ਼ੇਅਰ ਕਰਨਾ ਮਤਲਬ ਇੱਕ ਦੂਜੇ ਨਾਲ ਵੰਡ ਕੇ ਛਕਣਾ। ਵੰਡੂ ਆਹੋ ਜਿਹਦੇ ਚੋਂ ਹੰਕਾਰ ਖਤਮ ਹੋਊਗਾ। ਜੇ ਮੇਰੇ ਚ ਹਉਮੈ ਹੈ, ਮੇਰੇ ਚ ਹੰਕਾਰ ਹੈ ਵੀ ਮੈਂ ਸਾਰਾ ਕੁਝ ਕਰਦਾ ਹਾਂ, ਮੈਂ ਇਹਨੂੰ ਕਿਉਂ ਦੇਵਾਂ, ਕਿਤੇ ਸਾਂਝੀ ਖੇਤੀ ਪੋਸੀਬਲ ਨਹੀਂ ਹੋ ਸਕਦੀ। ਸੋ ਇਸ ਸੰਕਲਪ ਨੂੰ ਤੁਸੀਂ ਦੇਖੋ, 550 ਸਾਲ ਪਹਿਲਾਂ ਦਾ ਦਿੱਤਾ ਹੋਇਆ ਸੰਕਲਪ ਅੱਜ ਬਿਲਕੁਲ ਮਤਲਬ ਫਰੰਟ ਤੇ ਖੜਾ ਹੈ ਜੀ, ਇੱਕ ਲੋੜ ਬਣ ਗਿਆ, ਬਿਲਕੁਲ ਲੋੜ ਬਣ ਚੁੱਕਿਆ। ਮਤਲਬ ਇਹ ਤਾਂ ਚਲੋ ਆਪਣਾ ਵਿਸ਼ਾ ਥੋੜਾ ਵੱਖਰਾ ਹੈ, ਗੁਰੂ ਨਾਨਕ ਦੇ ਸਿਧਾਂਤਾਂ ਤੇ ਅੱਜ ਪ੍ਰੋਜੈਕਟ ਚੱਲ ਰਿਹਾ ਦੁਨੀਆ ਦੇ ਵਿੱਚ ਜੀ, ਤੇ ਇਹ ਚੀਜ਼ ਬਹੁਤ ਜ਼ਰੂਰੀ ਹੈ। ਫਿਰ ਅੱਗੇ ਗੱਲ ਕੀ ਕਿ ਅਸੀਂ ਵਿਸ਼ਵਾਸ, ਸਾਨੂੰ ਫੇਥ ਕਰਨਾ ਪਊਗਾ ਜੇ ਕਿਸੇ ਦੇ ਨਾਲ ਅਸੀਂ ਸਾਂਝੀ ਖੇਤੀ ਕਰ ਰਹੇ ਹਾਂ। ਐਜੂਕੇਸ਼ਨ ਦੀ ਘਾਟ, ਪੜ੍ਹਾਈ ਦੀ ਘਾਟ, ਜਿਵੇਂ ਮੈਂ ਗੱਲ ਕੀਤੀ ਕਰਨੀ ਚਾਹੁੰਦੇ ਆ ਪਰ ਕੀ ਕਰੀਏ ਇਹਦੇ ਬਾਰੇ ਪਤਾ ਕੁਛ ਨਹੀਂ, ਅਵੇਅਰ ਹੀ ਨਹੀਂ। ਹੁਣ ਸਾਂਝੀ ਖੇਤੀ ਵੀ ਅਸੀਂ 2 ਕਿੱਲੇ ਮੈਂ ਝੋਨਾ ਬੀਜਦਾ ਜੀ, 2 ਕਿੱਲੇ ਉਹ ਬੀਜਦਾ, ਇਕੱਠੇ ਹੋ ਕੇ 4 ਕਿੱਲੇ ਬੀਜ ਲੈ, ਸਾਡੇ ਪੱਲੇ ਕੀ ਪਊਗਾ? ਨਹੀਂ। ਸਾਂਝੀ ਖੇਤੀ ਦਾ ਮਤਲਬ ਇਹ ਮਤਲਬ ਨਹੀਂ ਵੀ ਜੇ ਤੁਹਾਡੇ ਕੋਲ 2 ਕਿੱਲੇ ਝੋਨਾ, 2 ਕਿੱਲੇ ਉਹਦੇ ਕੋਲ 4 ਕਿੱਲੇ ਝੋਨਾ ਕਰ ਲਓ। ਸਾਂਝੀ ਖੇਤੀ ਦਾ ਮਤਲਬ ਹੈ ਤੁਸੀਂ ਇਕੱਠੇ ਹੋ ਕੇ ਆਪਣੀ ਵਿਉਂਤਬੰਦੀ ਕਰਨੀ ਹੈ, ਤੁਸੀਂ ਮਹਾਰਾਜ ਦੇ ਨਾਲ ਰਾਇ ਕਰਨੀ ਹੈ ਕਿ ਮੇਰੇ ਕੋਲੇ ਜੇ ਮੰਨ ਲਓ 2-2 ਕਿੱਲਿਆਂ ਵਾਲੇ 5 ਜ਼ਿਮੀਂਦਾਰ ਇਕੱਠੇ ਹੋ ਕੇ 10 ਕਿੱਲਿਆਂ ਦੀ, ਇਹ ਨਹੀਂ ਕਿ 10 ਕਿੱਲੇ ਝੋਨਾ ਬੀਜਤਾ ਮੁੜ ਕੇ ਤਾਂ ਤੁਹਾਡਾ ਫੇਰ ਉਹੀ ਕੰਮ ਹੈ ਜੀ, ਫੇਰ ਤਾਂ ਕਰਨਾ ਤਾਂ ਫਿਰ ਵੀ ਕੁਝ ਨਹੀਂ, ਤੁਸੀਂ ਕਮਾਈ ਨੇ ਝੋਨਾ ਵੱਢ ਦੇਣਾ, ਫਿਰ ਅਸੀਂ ਕੀ ਕਰਨਾ? ਉਹਦੀ ਖੇਤੀ ਦੀ ਵਿਭਿੰਨਤਾ ਲਿਆਉਣੀ, ਉਹਦੇ ਵਿੱਚ ਡਿਵਰਸਿਫਿਕੇਸ਼ਨ ਲਿਆਉਣੀ, ਉਹਦੇ ਚ ਉਹ ਚੀਜ਼ਾਂ ਲਿਆਉਣੀਆਂ ਜਿਹੜੀਆਂ ਲੋੜ ਅਨੁਸਾਰ, ਮੰਡੀ ਦੀ ਮੰਗ ਦੇ ਅਨੁਸਾਰ ਤੁਹਾਨੂੰ ਵੱਧ ਮੁਨਾਫਾ ਦੇ ਜਾਣ। ਕੁਛ ਏਰੀਆ ਸਬਜ਼ੀਆਂ ਹੇਠਾਂ ਕੱਢਣਾ, ਕੁਛ ਏਰੀਆ ਫਲਾਂ ਹੇਠਾਂ ਕੱਢਣਾ, ਕਿਤੇ ਡੈਰੀ ਫਾਰਮ ਚਲਾਉਣਾ, ਤਾਂ ਕਿ ਤੁਹਾਡੇ ਸਾਰੇ ਘਰ ਦੇ ਜੀਆਂ ਵਾਸਤੇ ਕੰਮ ਹੋਵੇ ਜੀ। ਜੇ ਤੁਸੀਂ 5 ਫਾਰਮਰ ਇਕੱਠੇ ਹੋ, ਤੁਹਾਡੇ ਕੋਲੇ 4-4 ਜੀਆਂ ਦਾ ਇੱਕ ਪਰਿਵਾਰ ਹੈ, ਤੁਸੀਂ 20 ਬੰਦੇ ਹੋ ਘੱਟੋ ਘੱਟ ਜੀ, ਤਾਂ 20 ਬੰਦਿਆਂ ਵਾਸਤੇ ਕੰਮ ਲਿਆਉਣ ਵਾਸਤੇ ਝੋਨੇ ਨੇ ਕੰਮ ਨਹੀਂ ਦੇਣਾ ਤੁਹਾਨੂੰ, ਜਾਂ ਕਣਕ ਨੇ ਕੰਮ ਨਹੀਂ ਦੇਣਾ ਤੁਹਾਨੂੰ। ਵੱਖ-ਵੱਖ ਕਿੱਤੇ ਜਿਹੜੇ ਬਣਾਉਣੇ ਪੈਣਗੇ। ਜਦੋਂ ਤੁਸੀਂ ਕਿੱਤੇ ਬਣਾਓਗੇ ਤਾਂ ਤੁਹਾਡਾ ਇੱਕ ਡਿਫਰੈਂਟ ਮਾਡਲ ਤੁਹਾਡੇ ਸਾਹਮਣੇ ਪੇਸ਼ ਹੋਊਗਾ, ਤੁਹਾਡੇ ਕੋਲੇ ਗੱਲ ਕਰਨ ਨੂੰ ਸਮਾਂ ਨਹੀਂ ਹੋਊਗਾ। ਸਾਡੇ ਕੋਲੇ ਗੁਰਲੀਨ ਅੱਜ ਵੀ ਇਸ ਤਰ੍ਹਾਂ ਦੇ ਕਿਸਾਨ ਨੇ ਜਿਹੜੇ 2.5 3-3 ਕਿੱਲਿਆਂ ਵਾਲੇ, ਤੁਸੀਂ ਉਹ ਤੁਹਾਨੂੰ ਫੋਨ ਨਹੀਂ ਚੱਕਦੇ, ਉਹਨਾਂ ਕੋਲੇ ਟਾਈਮ ਹੀ ਹੈ ਨਹੀਂ ਜੀ। ਤੇ ਸਾਡੇ ਕੋਲੇ 50-50 ਕਿੱਲੇ ਵਾਲੇ ਵੀ ਜਿਹੜੇ ਵਿਹਲੇ ਤੁਰੇ ਫਿਰਦੇ ਵੀ ਕਾਂ ਦੱਸੋ ਜੀ, ਕੰਮ ਨਹੀਂ ਕੋਈ, ਕਿਉਂਕਿ ਝੋਨਾ ਲੱਗਿਆ, ਕਣਕ ਲੱਗੀ ਹੈ, ਪਾਣੀ ਲੱਗੀ ਹੈ, ਕਮਾਈ ਨੇ ਵੱਢ ਦੇਣੀ ਆਪ ਕੋਈ।
ਜੀ। ਇਹ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਜੋਖਮ ਲੈਣ ਦੀ ਜਿਹੜੀ ਆਪਾਂ ਕਹੀਏ ਕਿ ਇੱਕ ਤਾਕਤ ਹੈ ਨਹੀਂ, ਕਿਉਂਕਿ ਪੈਸਾ ਪਹਿਲਾਂ ਹੀ ਹੈ ਨਹੀਂ, ਰਿਸਕ ਹੈ ਨਹੀਂ। ਵੀ ਚਾਰ ਜਾਣੇ ਇਕੱਠੇ ਹੋ ਗਏ, ਜੇ ਇਕੱਠੇ ਹੋ ਕੇ ਮੰਨ ਲਓ ਫਸਲ ਖਤਮ ਹੋ ਗਈ ਜਾਂ ਖਰਾਬ ਹੋ ਗਈ, ਫਿਰ ਕੀ ਕਰਾਂਗੇ? ਉਹਨੂੰ ਕਹਿੰਦੇ ਰਿਸਕ ਲੈਣਾ, ਜੋਖਮ ਲੈਣਾ। ਜੋਖਮ ਸਾਨੂੰ ਲੈਣਾ ਪੈਣਾ। ਜੇ ਕੋਈ ਨਵਾਂ ਕੰਮ ਕਰਨਾ ਉਹਦੇ ਵਾਸਤੇ ਲੋਨ ਵੀ ਲੈਣਾ ਪੈਣਾ। ਜੇ ਮੰਨ ਲਓ ਡੈਰੀ ਚਲਾਉਣੀ ਉਹਦੇ ਵਾਸਤੇ ਲੋਨ ਵੀ ਲੈਣਾ ਪੈਣਾ। ਪਰ ਇਹ ਸਮਝ ਕੇ ਵੀ ਯਾਰ ਦੁੱਧ ਜੇ ਵਿਕਿਆ ਨਾ ਜਾਂ ਰੇਟ ਘੱਟ ਮਿਲਿਆ, ਇਹ ਪਹਿਲਾਂ ਪਲੈਨਿੰਗ ਕਰਨੀ ਪੈਣੀ। ਇਹ ਚੀਜ਼ ਦੀ ਬਹੁਤ ਵੱਡੀ ਲੋੜ ਹੈ। ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਕਿ ਕਿਉਂ ਨਹੀਂ ਹੋ ਰਹੇ, ਗੁੰਮਰਾਹ ਹੋ ਰਹੇ ਜੀ। ਸਾਨੂੰ ਵੱਖਰੇ ਵੱਖਰੇ ਆਪਾਂ ਕਹੀਏ ਕਿ ਡਰਾਮੇ ਦਿਖਾਏ ਜਾ ਰਹੇ ਹੈ। ਸਾਨੂੰ ਦੁਕਾਨਾਂ ਤੇ, ਪ੍ਰਾਈਵੇਟ ਡੀਲਰਾਂ ਤੇ, ਹੋਰਾਂ ਦੇ ਬਹੁਤ ਤੇ ਰਹਿਮੋ ਕਰਮ ਤੇ ਪਲਦਾ ਪੈ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਕਰਕੇ ਇਹਨੂੰ ਸਾਂਝੀ ਖੇਤੀ ਨੂੰ ਆਪਾਂ ਕਹੀਏ ਕਿ ਇਹਦੇ ਵਾਸਤੇ ਅੱਗੇ ਹਾਰਡਲ ਹੈ, ਬਹੁਤ ਵੱਡਾ ਇੱਕ ਰੋਕ ਹੈ ਜਿਹਨੂੰ ਟੋਕਣਾ ਬਹੁਤ ਜ਼ਰੂਰੀ ਹੈ। ਘਾਟਾ ਤੁਹਾਡਾ ਸਵਾਲ ਮੈਂ ਸਮਝ ਗਿਆ। ਭਰਾਵਾਂ ਦੀ ਬਣਦੀ ਨਹੀਂ, ਸਾਂਝੀ ਖੇਤੀ ਕਿਵੇਂ ਕਰਾਂਗੇ? ਇਹੀ ਗੱਲ ਅਸੀਂ ਪਹਿਲਾਂ ਕਰਕੇ ਹਟੇ ਹਾਂ। ਜਦੋਂ ਆਪਾਂ ਕਿਸੇ ਵੱਲ ਉਂਗਲ ਕਰਦੇ ਆ ਨਾ ਜੀ, ਚਾਰ ਉਂਗਲਾਂ ਸਾਡੇ ਆਪ ਦੇ ਬੰਨੀ ਹੁੰਦੀਆਂ, ਠੀਕ ਹੈ ਨਾ ਜੀ? ਤੇ ਇਹ ਚਾਰ ਉਂਗਲਾਂ ਸਾਡੇ ਵੱਲ ਹੁੰਦੀਆਂ। ਇਹ ਜੇ ਨਹੀਂ ਕਰ ਰਹੇ ਤਾਂ ਫਿਰ ਸਾਡੇ ਕੋਲ ਹੱਲ ਕੀ ਹੈ? ਅਸੀਂ ਸਰਕਾਰ ਨੇ ਨਹੀਂ ਆ ਕੇ ਭਰਾਵਾਂ ਦੀ ਬਣਾਉਣੀ, ਸੋਚਣਾ ਤਾਂ ਸਾਨੂੰ ਪੈਣਾ ਨਾ ਜੀ। ਹਰੇਕ ਚੀਜ਼ ਮੈਂ ਠੀਕ ਹੈ, ਜਿਹੜੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈਗੀ ਆ, ਪਰ ਸਾਰੇ ਦਾ ਸਾਰਾ ਭਾਰ ਅਸੀਂ ਸਰਕਾਰਾਂ ਵਾਲੇ ਮੂੰਹ ਨਹੀਂ ਝਾਕ ਕੇ ਛੱਡ ਦੇਣਾ। ਇਹ ਤਾਂ ਕਿੱਥੋਂ ਦਾ ਇਨਸਾਫ ਹੈ ਨਾ? ਜਿਹੜੀ ਗੱਲ ਅਸੀਂ ਬਾਈ ਜੀ ਕੰਪੇਅਰ ਕਰਨ ਦੀ ਗੱਲ ਕਰਦੇ ਨਾ, ਕਿ ਬਾਹਰਲੇ ਮੁਲਕਾਂ ਦੇ ਵਿੱਚ ਖੇਤੀ 100 ਚੋਂ 5 ਬੰਦੇ ਕਰਦੇ ਆ ਤੇ ਸਾਡੇ ਮੁਲਕ ਦੇ ਵਿੱਚ 70% ਲੋਕੀ ਖੇਤੀ ਤੇ ਨਿਰਭਰ ਕਰਦੇ ਆ। ਸੋ ਇਸ ਕਰਕੇ ਹਾਲਾਤਾਂ ਨੂੰ ਕੰਪੇਅਰ ਕਰੋ, ਠੀਕ ਹੈ ਨਾ? ਬਾਹਰ ਜਾ ਕੇ ਸਾਡੇ ਬੰਦੇ ਜਿਹੜੇ ਤੱਕ ਲੜ ਕੇ ਸਿੱਧੇ ਹੋ ਜਾਂਦੇ, ਕੰਮ ਕਰਦੇ, ਵਧੀਆ ਕਰਦੇ, ਇੱਥੇ ਆ ਕੇ ਉਹੀ ਸਾਰਾ ਕੁਝ ਚੇਂਜ ਹੋ ਜਾਂਦਾ ਹੈ। ਮੈਂ ਕੋਈ ਪ੍ਰੋੜਤਾ ਨਹੀਂ ਕਰਦਾ ਕਿਸੇ ਚੀਜ਼ ਦੀ, ਪਰ ਸਾਨੂੰ ਆਪਣੇ ਆਪ ਤੇ ਤਾਂ ਕੰਮ ਕਰਨਾ ਹੀ ਪਊਗਾ ਨਾ। ਜੇ ਭਰਾਵਾਂ ਦੀ ਨਹੀਂ ਬਣਦੀ ਤੇ ਸਰਕਾਰ ਨੇ ਥੋੜ੍ਹਾ ਆ ਕੇ ਬਣਾਉਣੀ ਹੈ, ਤੇ ਫਿਰ ਉਸੇ ਕਰਕੇ ਹਾਲਾਤ ਖਰਾਬ ਵੀ ਹੋ ਰਹੇ ਜੀ। ਇਸੇ ਕਰਕੇ ਹਾਲਾਤ ਖਰਾਬ ਹੋ ਰਿਹਾ ਨਾ ਜੀ। ਇਹ ਬਹੁਤ ਵੱਡੀ ਸਮੱਸਿਆ ਜੀ। ਡਾਕਟਰ ਸਾਹਿਬ, ਤੁਸੀਂ ਸਵਾਲ ਦਾ ਜਵਾਬ ਦਿੱਤਾ। ਇਸ ਦੇ ਨਾਲ ਹੀ ਹੁਣ ਜਿਹੜਾ ਵੇਲਾ ਹੈ ਉਹ ਅੰਤਿਮ ਪੜਾਅ ਦੇ ਵੱਲ ਵੱਧਦਾ ਹੈ। ਬਾਕੀ ਰਹਿੰਦੀ ਜਾਣਕਾਰੀ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸੁਣ ਰਹੇ ਸਾਰੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਗੁਰਲੀਨ ਸਿੱਧੂ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਦੌਰਾਨ ਅਸੀਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿਸ਼ੇ ਨੂੰ ਹੀ ਅਗਾਂਹ ਵਧਾਉਂਦੇ ਹਾਂ। ਛੋਟੇ ਤੇ ਸੀਮਾਂਤ ਕਿਸਾਨਾਂ ਲਈ ਸਾਂਝੀ ਖੇਤੀ ਦਾ ਸੰਕਲਪ ਸਾਡਾ ਅੱਜ ਦਾ ਵਿਸ਼ਾ ਹੈ। ਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਗੁਰਜਿੰਦਰ ਸਿੰਘ ਰੋਮਾਣਾ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਜੇਕਰ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਕਰੀਏ ਤਾਂ ਪਿਛਲੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਕੀ ਕਾਰਨ ਨੇ, ਕਿਉਂ ਜਿਹੜੀ ਸਾਂਝੀ ਖੇਤੀ ਹੈ ਉਹ ਨਹੀਂ ਹੋ ਰਹੀ, ਜਿਸ ਦੇ ਵਿੱਚ ਵਿਸ਼ਵਾਸ ਦਾ ਘਟਣਾ ਤੇ ਆਪਣੇ ਨਿੱਜ ਦੇ ਪ੍ਰਤੀ ਜ਼ਿਆਦਾ ਸਾਡਾ ਝੁਕਾਅ ਹੈ ਜਿਹੜਾ ਉਹ ਵੱਧ ਰਿਹਾ ਹੈ। ਇਸ ਦੇ ਨਾਲ ਪੜ੍ਹਾਈ ਲਿਖਾਈ ਦਾ ਜਿਹੜਾ ਘਟਣਾ ਹੈ, ਕਿਤੇ ਨਾ ਕਿਤੇ ਸਾਨੂੰ ਜਾਣਕਾਰੀ ਨਾ ਹੋਣਾ ਕਿਸੇ ਚੀਜ਼ ਦੇ ਬਾਰੇ ਪੂਰੀ ਵੀ ਇੱਕ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕੀ ਕਾਰਨ ਨੇ? ਬਿਲਕੁਲ, ਜਿਵੇਂ ਆਪਾਂ ਗੱਲ ਕੀਤੀ ਤੇ ਜੋਖਮ ਜਿਹੜਾ ਆਪਾਂ ਕੀ ਜੋਖਮ ਲੈਣ ਦੀ ਤਾਕਤ ਹੈ ਨਹੀਂ। ਤਾਕਤ ਕਿਉਂਕਿ ਸਾਧਨ ਸਾਡੇ ਕੋਲ ਪਹਿਲਾਂ ਹੀ ਹੈ ਨਹੀਂ। ਸੋ ਜਿਵੇਂ ਕਹਿੰਦੇ ਵੀ ਜਿਹਦੇ ਘਰ ਦਾਣੇ ਉਹਦੇ ਕਮਲੇ ਸਿਆਣੇ, ਹਨਾ? ਸੋ ਜੇ ਸਾਡੇ ਕੋਲੇ ਪਾਵਰ ਹੀ ਹੈ ਨਹੀਂ ਇੰਨੀ, ਮਤਲਬ ਸਾਡੇ ਕੋਲੇ ਕੈਸ਼ ਹੀ ਹੈ ਨਹੀਂ ਕਿ ਅਸੀਂ ਜਿਹੜਾ ਕੋਈ ਰਿਸਕ ਲੈ ਸਕੀਏ। ਜੇ ਕੋਈ ਫਸਲ ਸਪੋਜ਼ ਕਰ ਲਓ ਸਾਡੀ ਕੋਈ ਕਿਸੇ ਕਾਰਨ ਕਰਕੇ ਖਰਾਬ ਹੋ ਗਈ, ਤਾਂ ਅਸੀਂ ਜਿਹੜਾ ਉਹਨੂੰ ਆਪਣਾ ਜਿਹੜਾ ਖਰਚਾ ਹੈ ਉਹਨਾਂ ਨੂੰ ਕਿਸੇ ਤਰੀਕੇ ਨਾਲ ਝੱਲ ਸਕੀਏ। ਸੋ ਇਸ ਤਰ੍ਹਾਂ ਦੀ ਪਾਵਰ ਹੈ ਨਹੀਂ। ਦੂਜਾ ਜਿਹੜਾ ਆਪਾਂ ਕੀ ਕਿ ਰਿਸ਼ਤੇ ਨਾਤੇ, ਜਿਵੇਂ ਹੁਣੀ ਆ ਸਵਾਲ ਆਇਆ ਸੀਗਾ ਕਿ ਭਰਾਵਾਂ ਦੀ ਨਹੀਂ ਬਣਦੀ, ਹਨਾ? ਕੋਈ ਜ਼ਰੂਰੀ ਨਹੀਂ ਸਾਂਝੀ ਖੇਤੀ ਵਾਸਤੇ ਕਿ ਭਰਾਵਾਂ ਦੀ ਨਹੀਂ ਬਣਦੀ ਤੇ ਫਿਰ ਵੀ ਅਸੀਂ ਸਾਂਝੀ ਖੇਤੀ ਨਹੀਂ ਕਰ ਸਕਦੇ। ਕਈ ਵਾਰੀ ਭਰਾਵਾਂ ਦੀ ਨਹੀਂ ਬਣਦੀ ਹੁੰਦੀ, ਗੁਆਂਢੀਆਂ ਨਾਲ ਬਣਦੀ ਹੁੰਦੀ ਹੈ, ਆਸ-ਪਾਸ ਦੇ ਪਿੰਡ ਦੇ ਹੋਰ ਪਿੰਡ ਦੇ ਲੋਕਾਂ ਦੇ ਨਾਲ ਬਣਦੀ ਹੁੰਦੀ ਹੈ। ਬਹੁਤ ਸਾਰੀਆਂ ਪੰਜਾਬ ਦੇ ਵਿੱਚ ਇਹ ਜਿਹੀਆਂ ਉਦਾਹਰਨਾਂ ਨੇ ਜਿਹੜੀਆਂ ਇੱਕੇ ਪਿੰਡ ਦੇ ਕਿਸਾਨ ਇਕੱਠੇ ਹੋਏ ਆ, ਜਿਹੜੇ ਵੱਖ-ਵੱਖ ਪਿੰਡਾਂ ਦੇ ਕਿਸਾਨ ਇਕੱਠੇ ਹੋਏ ਆ, ਜਿਨ੍ਹਾਂ ਦੀ ਸੋਚ ਕਿੱਥੇ ਤੁਹਾਡੀ ਰਲਦੀ ਆ ਉਹ ਕੁਝ ਨਹੀਂ ਕਹਿ ਸਕਦੇ, ਕਿਤੇ ਵੀ ਰਲ ਸਕਦੀ ਹੈ। ਉਹ ਰਲੂਗੀ ਤਾਂ ਜਦੋਂ ਤੁਸੀਂ ਘਰੋਂ ਬਾਹਰ ਨਿਕਲੋਗੇ। ਜਿਹੜੀ ਮੈਂ ਗੱਲ ਕੀਤੀ ਕਿ ਐਜੂਕੇਸ਼ਨ ਦੀ ਘਾਟ ਆ, ਹਨਾ? ਹੁਣ ਜਦੋਂ ਜ਼ਿਮੀਂਦਾਰ ਨੇ, ਕਿਸਾਨ ਨੇ ਘਰੇ ਹੀ ਖੇਤ ਹੀ ਕੰਮ ਕਰੀ ਹੈ ਨਾ, ਉਹਨੂੰ ਆਸੇ-ਪਾਸੇ ਕੀ ਫਸਲਵਾੜੀ ਹੋ ਰਹੀ ਹੈ, ਕੀ ਮੰਗ ਹੈ, ਕਿਵੇਂ ਮਾਰਕੀਟਿੰਗ ਕਰਨੀ ਹੈ, ਕਿਵੇਂ ਹੋਰ ਸਹਾਇਕ ਧੰਦੇ, ਕਿੱਥੇ ਉਹਨਾਂ ਦੀ ਮੰਗ ਹੈ, ਕਿੱਥੇ ਉਹਨਾਂ ਨੂੰ ਮੰਡੀ 'ਚ ਵੇਚਿਆ ਜਾ ਸਕਦਾ ਹੈ, ਇਹਨਾਂ ਚੀਜ਼ਾਂ ਪ੍ਰਤੀ ਅਵੇਅਰ ਹੋਊਗਾ ਤੇ ਲੋਕਾਂ ਦੇ ਨਾਲ ਮਿਲੂਗਾ ਤੇ ਕਿਸੇ ਨਾਲ ਤੁਹਾਡਾ ਜਿਹੜਾ ਉਹ ਸਾਂਝ ਵੀ ਪੈ ਸਕਦੀ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਨੇ ਜਿਹੜੀਆਂ ਡੈਰੀ ਇਕੱਠੇ ਕਰ ਰਹੇ ਆ, ਮੱਖੀਆਂ ਦਾ ਕੰਮ ਇਕੱਠੇ ਕਰ ਰਿਹਾ ਹੈ, ਇੱਥੋਂ ਤੱਕ ਕਿ ਖੇਤੀ ਆਪਣੀ ਜ਼ਮੀਨ ਪੂਲ ਕੀਤੀ ਹੋਈ ਹੈ। ਕੁਛ ਹਿੱਸਾ ਸਬਜ਼ੀਆਂ ਵੰਡੀਆਂ ਹੋਈਆਂ, ਕੁਛ ਹਿੱਸਾ ਬਾਗਬਾਨੀ ਵੰਡਿਆ ਹੋਇਆ ਹੈ।
ਪਿੰਡ ਦੇ ਕਿਸਾਨ ਬੈਠੇ ਐ, ਇਸ ਤਰ੍ਹਾਂ ਦੀ ਐਗਜ਼ਾਮਪਲ ਹੈ, ਪਿੰਡ ਦੇ ਕਿਸਾਨ ਖੁੰਡ ਤੇ ਬੈਠੇ ਬੈਠੇ ਪ੍ਰੋਗਰਾਮ ਬਣਾ ਲੈਂਦੇ ਜੀ, ਆਪਾਂ ਜਿਹੜੇ 40 ਬੰਦੇ ਬੈਠੇ ਆਪਾਂ ਬਾਜ਼ਾਰ ਚੋਂ ਕਿਉਂ ਚੀਜ਼ਾਂ ਲੈਂਦੇ ਹਾਂ, ਕਿਉਂ ਨਹੀਂ ਆਪਾਂ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਪੈਦਾ ਕਰ ਸਕਦੇ। ਉਹ ਘਰਾਂ ਦੇ ਵਿੱਚ ਪੈਦਾ ਕਰਕੇ ਉਹਨਾਂ ਦੀ ਸੁਸਾਇਟੀ ਰਜਿਸਟਰਡ ਕਰਾ ਕੇ ਆਪਣੇ ਬ੍ਰਾਂਡ ਦੇ ਨਾਲ ਉਹ ਮਿਰਚ ਮਸਾਲੇ ਹੋਰ ਸਾਰੀਆਂ ਚੀਜ਼ਾਂ ਮੰਡੀ 'ਚ ਵੇਚ ਰਹੇ। ਇਹ ਸੋਚ ਹੈ, ਜਿੱਥੇ ਸੋਚੀ ਸੋਚ ਚੱਲ ਗਈ ਰਾਹ ਤੁਹਾਨੂੰ ਆਪਣੇ ਆਪ ਖੁੱਲ ਜਾਣਾ। ਕਿ ਜਿਵੇਂ ਕਹਿੰਦੇ ਲੋਡ ਕਾਢ ਦੀ ਮਾਂ ਹੁੰਦੀ ਹੈ, ਜਦੋਂ ਤੁਹਾਡੇ ਅੰਦਰ ਇੱਕ ਚਿੰਨ੍ਹ ਪੈਦਾ ਹੋਊਗੀ ਕਿ ਹਾਂ ਅਸੀਂ ਸਾਂਝੇ ਹੋਣਾ ਹੈ, ਤਾਂ ਉਹਦੇ ਵਾਸਤੇ ਤੁਸੀਂ ਦਫ਼ਤਰ ਵੀ ਭਾਲੋਗੇ, ਮਾਰਾਂ ਦੇ ਨਾਲ ਵੀ ਰਹਿ ਕਰੋਗੇ, ਔਰ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਰਾਹ ਇਹ ਲੱਭ ਜਾਣਗੇ। ਬਹੁਤ ਸੰਕਲਪ ਨੇ ਸਾਂਝੀ ਖੇਤੀ ਦੇ। ਸਾਂਝੀ ਖੇਤੀ ਇਹ ਨਹੀਂ ਕਿ ਤੁਸੀਂ ਦੋ ਜਣੇ ਇਕੱਠੇ ਹੋ ਗਏ ਉਹੀ ਕਰਨੀ ਹੈ, ਹੋਰ ਬਹੁਤ ਸਾਰੇ ਤਰੀਕੇ ਸਾਂਝੀ ਖੇਤੀ ਕਰਨ ਦੇ। ਸੋ ਇਹ ਚੀਜ਼ਾਂ ਦੀ ਬੜੀ ਲੋੜ ਹੈ ਜੀ। ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਆਓ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਤੁਹਾਡਾ ਨਾਮ ਜੀ? ਤੇ ਪਿੰਡ ਦੱਸ ਦਿਓ। ਜਿਹੜਾ ਤੁਸੀਂ ਸੁਣਿਆ ਜੇ ਟਾਕ, ਮੈਂ ਉਸੇ ਗੱਲ ਤੇ ਹੀ ਆ ਰਿਹਾ ਕਿ ਸਾਂਝੀ ਖੇਤੀ ਦਾ ਸੰਕਲਪ ਕੀ ਹੋ ਸਕਦੇ, ਕਿਵੇਂ ਸੁਸਾਇਟੀਆਂ ਡੁੱਬ ਰਹੀਆਂ, ਕਿਵੇਂ ਸੁਸਾਇਟੀਆਂ 4-4 5-5 ਕਰੋੜ ਦਾ ਬਿਜ਼ਨਸ ਵੀ ਕਰ ਰਹੀਆਂ। ਠੀਕ ਹੈ ਨਾ ਜੀ, ਇਸੇ ਪੰਜਾਬ 'ਚ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤੇ ਇਸ ਵੇਲੇ ਸਾਡਾ ਗੱਲਬਾਤ ਦਾ ਵਿਸ਼ਾ ਹੈ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਲਈ ਸਾਂਝੀ ਖੇਤੀ ਦਾ ਸੰਕਲਪ। ਤੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇ ਰਹੇ ਨੇ ਡਾਕਟਰ ਗੁਰਜਿੰਦਰ ਸਿੰਘ ਰਮਾਣਾ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਆਪਾਂ ਜੁੜਦੇ ਹਾਂ ਸਵਾਲਾਂ ਦੇ ਨਾਲ। ਦੇ ਲਈ ਕਿਹੜੇ ਸੰਕਲਪ ਨੇ ਉਹ ਸਾਂਝੇ ਕਰ ਲਈਏ। ਬਿਲਕੁਲ ਗੁਰਲੀਨ ਨੇ, ਬਹੁਤ ਜ਼ਰੂਰੀ ਹੈ। ਜਿਵੇਂ 2-3 ਕਿਸਾਨ ਵੀਰਾਂ ਦੇ ਸਵਾਲ ਆਏ ਹੈ ਜੀ। ਆਪਾਂ ਕੀ ਕਿ ਹਰੇਕ ਗੱਲ ਵੀ ਸਰਕਾਰ ਇਹ ਕਰੇ। ਬਿਲਕੁਲ ਸਰਕਾਰ ਦੀ ਮੈਂ ਕਹਿੰਦਾ ਜ਼ਿੰਮੇਵਾਰੀ ਬਣਦੀ, ਜਦੋਂ ਅਸੀਂ ਇੱਕ ਪ੍ਰਮੁੱਖ ਖੇਤੀ ਕਰਨ ਵਾਲਾ ਸੂਬਾ ਤੇ ਸਾਡੇ ਖੇਤੀ ਦੇ ਜਿਹੜੇ ਆਪਾਂ ਕਹੀਏ ਕਿ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਬੇਹੱਦ ਜ਼ਰੂਰੀ ਹੈ, ਹੋਣਾ ਚਾਹੀਦਾ। ਮੈਂ ਬਿਲਕੁਲ ਕਹੂੰਗਾ ਹੋਣਾ ਚਾਹੀਦਾ ਹੈ। ਜਿਹੜੇ ਕਿਸਾਨ ਵੀਰਾਂ ਨੇ ਗੱਲ ਕੀਤੀ ਕਿ ਮੁਫਤੀ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਜੀ, ਦੇਖੋ ਹੁਣ ਇਲੈਕਸ਼ਨਾਂ ਦਾ ਸਮਾਂ ਹੈ, ਤੁਹਾਡੇ ਕੋਲੇ ਪਾਵਰ ਹੈ, ਪਰ ਮੈਂ ਕਹਿੰਦਾ ਵੋਟ ਦੀ ਪਾਵਰ ਸਭ ਤੋਂ ਵੱਡੀ ਹੈ। ਤੁਸੀਂ ਇਹਨੂੰ ਵਰਤੋ, ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਠੀਕ ਹੈ ਨਾ, ਕਿਉਂਕਿ ਅਸੀਂ ਹੀ ਸਿਲੈਕਟ ਕਰਕੇ ਅੱਗੇ ਮਤਲਬ ਸਾਡੇ ਜਿਹੜੇ ਸਰਕਾਰ ਬਣਾਉਣੇ ਆ, ਤੇ ਤੁਸੀਂ ਵਧੀਆ ਤਰੀਕੇ ਨਾਲ ਸਿਲੈਕਟ ਕਰੋ ਜਿਹੜੇ ਤੁਹਾਨੂੰ ਠੀਕ ਲੱਗਦੇ ਆ। ਦੂਜੀ ਗੱਲ ਜਿਹੜੀ ਆਪਾਂ ਗੱਲ ਕਰੀਏ ਸੰਕਲਪ ਦੀ, ਕੀ ਸੰਕਲਪ ਹੋ ਸਕਦੇ ਆ। ਦੇਖੋ ਪੁਰਾਣੇ ਬਜ਼ੁਰਗਾਂ ਦੀ ਆਪਾਂ ਗੱਲ ਕਰੀਏ ਤੇ ਪਹਿਲਾਂ ਵਿੜੀ ਦੀ ਖੇਤੀ ਚੱਲਦੀ ਹੁੰਦੀ ਸੀ। ਦੋ ਜ਼ਿਮੀਂਦਾਰ, ਜਿਹੜਾ ਛੋਟਾ ਕਿਸਾਨ ਹੈ ਉਹ ਦੂਜੇ ਦੇ ਨਾਲ ਕਈ ਵਾਰ ਰਲ ਜਾਂਦਾ ਹੁੰਦਾ ਸੀ, ਵੱਡੇ ਦੇ ਨਾਲ ਉਹਦੇ ਸੰਦ ਪਰੰਦਿਆਂ ਦੇ ਨਾਲ ਹੀ ਕੰਮ ਕਰੀ ਜਾਂਦਾ ਸੀ। ਜਿੰਨੀ ਉਹਦੀ ਬਣਦੀ ਸੀ ਉਹਨੂੰ ਖੇਤੀ ਮਤਲਬ ਦੇ ਦਿੰਦੇ ਸੀ, ਜਿਹੜੀ ਆਮਦਨ ਹੁੰਦੀ ਸੀ। ਠੀਕ ਹੈ ਨਾ ਜੀ। ਇਸ ਤੋਂ ਬਾਅਦ ਜਿਹੜੀ ਖੇਤੀ ਸਾਂਝੀ ਹੈ, ਕੋਈ ਜ਼ਰੂਰੀ ਨਹੀਂ, ਮੈਂ ਪਹਿਲਾਂ ਗੱਲ ਕੀਤੀ ਤੁਸੀਂ ਸਾਰੀ ਜ਼ਮੀਨ ਪੂਰ ਕਰਨੀ ਹੈ। ਤੁਹਾਡਾ ਕਿਸੇ ਦੇ ਨਾਲ ਵਿਚਾਰ ਰਲ ਗਿਆ, ਮੰਨ ਲਓ ਤੁਸੀਂ ਕੋਈ ਡੈਰੀ ਸ਼ੁਰੂ ਕਰਨਾ ਚਾਹੁੰਦੇ ਆ, 2 ਕਿੱਲੇ ਉਹਦੇ 2 ਕਿੱਲੇ ਉਹਦੇ, ਤੁਸੀਂ 4 ਕਿੱਲੇ ਪੂਰ ਕਰਕੇ ਉੱਤੇ ਪੱਠੇ ਲਾ ਕੇ ਸ਼ੈੱਡ ਪਾ ਕੇ ਉਹਨੇ ਤੁਸੀਂ ਇੱਕ ਪਾਰਟ ਆਫ ਤੁਹਾਡੀ ਖੇਤੀ ਦਾ ਕੁਝ ਹਿੱਸਾ ਉਹਨੂੰ ਪੂਰ ਕਰ ਸਕਦੇ, ਇੱਕ ਟ੍ਰਾਇਲ ਦੇ ਤੌਰ ਤੇ, ਇੱਕ ਤਜਰਬੇ ਦੇ ਤੌਰ ਤੇ। ਜਿਹੜੀ ਇੱਕ ਉਦਮ ਦੀ ਲੋੜ ਹੈ, ਅਸੀਂ ਕੁਝ ਉਦਮ ਕਰਕੇ ਚੱਲੀਏ ਤਾਂ ਕੁਝ ਨਾ ਕੁਝ ਅਸੀਂ ਹਾਸਲ ਤੁਹਾਨੂੰ ਉਹਦੇ ਚੋਂ ਟੈਸਟ ਵੀ ਹੋਊਗਾ, ਤੁਹਾਨੂੰ ਪਤਾ ਵੀ ਲੱਗੂਗਾ। ਤੇ ਜੇ ਤੁਹਾਨੂੰ ਇਹ ਲੱਗਦਾ ਕਿ ਸਾਂਝੀ ਖੇਤੀ ਤਾਂ ਫੇਲ ਹੋ ਗਈ ਤਾਂ ਤੁਹਾਡਾ ਨੁਕਸਾਨ ਵੀ ਹੋਊਗਾ, ਕਿਉਂਕਿ ਤੁਸੀਂ ਸਾਰੀ ਜ਼ਮੀਨ ਇਕੱਠੀ ਨਹੀਂ ਕੀਤੀ। ਸੋ ਇਹ ਇੱਕ ਕਨਸੈਪਟ ਹੈਗਾ। ਦੂਜੀ ਹੈਗੀ ਹੈ FPO, ਤੁਸੀਂ ਨਾਂ ਸੁਣਿਆ ਨਾ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਪੈਦਾ ਕਰਨ ਵਾਲਿਆਂ ਦੀ ਜਥੇਬੰਦੀ। ਉਹਨੂੰ ਆਪਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ FPO ਦਾ ਨਾਂ ਦਿੰਦੇ ਹਾਂ। FPO 2 ਤਰੀਕੇ ਨਾਲ ਬਣਦੀ ਹੈ, ਇੱਕ ਕੋਆਪਰੇਟਿਵ ਐਕਟ ਦੇ ਤਹਿਤ ਬਣਦੀ ਹੈ, ਇੱਕ ਕੰਪਨੀ ਐਕਟ ਦੇ ਤਹਿਤ ਬਣਦੀ ਹੈ। ਤੁਸੀਂ ਪਿੰਡ ਦੇ ਵਿੱਚ 4 ਜ਼ਿਮੀਂਦਾਰ, ਮੰਨ ਲਓ ਤੁਸੀਂ ਸਬਜ਼ੀ ਪੈਦਾ ਕਰਨ ਵਾਲੇ ਆ, ਜਾਂ ਸ਼ਹਿਦ ਪੈਦਾ ਕਰਨ ਵਾਲੇ ਆ, ਜਾਂ ਦੁੱਧ ਪੈਦਾ ਕਰਨ ਵਾਲੇ ਆ, ਜਾਂ ਤੁਸੀਂ ਮੰਨ ਲਓ ਕਿ ਕਣਕ ਪੈਦਾ ਕਰਨ ਵਾਲੇ ਆ, ਕਣਕ ਝੋਨਾ। ਤੁਸੀਂ ਇਹਦੇ ਤੋਂ ਕੁਝ ਨਵਾਂ ਕਰਨਾ ਚਾਹੁੰਦੇ ਆ। ਇਹ ਨਹੀਂ ਕਿ ਕਣਕ ਝੋਨਾ ਪੈਦਾ ਕਰਨ ਵਾਲੇ 10 ਜ਼ਿਮੀਂਦਾਰ ਇਕੱਠੇ ਹੋ ਕੇ ਟਰਾਲੀ 'ਚ ਪਾ ਕੇ ਮੰਡੀ ਸਿੱਟਦੀ ਤੇ ਵਿਕ ਗਈ, ਉਹ FPO ਨਹੀਂ। FPO ਤੁਸੀਂ ਖੇਤੀ 'ਚ ਕੁਝ ਨਵਾਂ ਕਰਨਾ ਚਾਹੁੰਦੇ ਆ, ਉਹਦੇ ਵਿੱਚ ਤੁਹਾਡਾ ਐਕਟ ਦੇ ਤਹਿਤ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਸਰਕਾਰ ਵੱਲੋਂ ਤੁਹਾਨੂੰ ਸਹਾਇਤਾ ਦਿੱਤੀ ਜਾਂਦੀ ਹੈ। ਬਹੁਤ ਸਾਰੇ ਖੇਤੀ ਸੰਦਾਂ ਦੇ ਉੱਤੇ FPO ਨੂੰ 80% ਤੱਕ ਸਬਸਿਡੀ ਹੈ, ਇਕੱਲੇ ਕਿਸਾਨ ਨੂੰ 50% ਤੱਕ ਸਬਸਿਡੀ ਹੈ। ਮਤਲਬ ਗਰੁੱਪਾਂ ਦੇ ਵਿੱਚ, ਸਮੂਹਕ ਗਰੁੱਪਾਂ ਦੇ ਵਿੱਚ ਜਦੋਂ ਅਸੀਂ ਖੇਤੀ ਕਰਾਂਗੇ ਤਾਂ ਕੇਂਦਰ ਸਰਕਾਰ ਵੱਲੋਂ, ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ। ਕਿਸਾਨ ਵੀਰ ਨੇ ਇੱਕ ਗੱਲ ਕੀਤੀ ਸੀ ਜੀ, ਸਾਡੀਆਂ ਕੋਆਪਰੇਟਿਵ ਸੁਸਾਇਟੀਆਂ, ਸਭ ਤੋਂ ਵੱਡਾ ਜਿਹੜਾ ਮਾਡਲ ਆ ਉਹ ਕੋਆਪਰੇਟਿਵ ਸੁਸਾਇਟੀਆਂ ਦਾ ਸਾਂਝੀ ਖੇਤੀ ਦਾ ਆਧਾਰ ਬਣ ਸਕਦਾ ਹੈ। ਕੋਆਪਰੇਟਿਵ ਸੁਸਾਇਟੀਆਂ ਕੀ ਹੈ? ਕਿਸਾਨਾਂ ਦੀਆਂ ਸੁਸਾਇਟੀਆਂ, ਉਹਨਾਂ ਦਾ ਹਿੱਸਾ ਹੈ, ਉਹਨਾਂ ਵਾਸਤੇ ਉਹ ਕੰਮ ਕਰਦੀਆਂ। ਜਿਹੜਾ ਮੁਨਾਫਾ ਹੁੰਦਾ ਹੈ ਉਹ ਕਿਸਾਨਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਰ ਜਿਵੇਂ ਕਿਸਾਨ ਵੀਰ ਨੇ ਗੱਲ ਕੀਤੀ, ਕੋਆਪਰੇਟਿਵ ਸੁਸਾਇਟੀਆਂ ਖਾ ਜਾਂਦੇ ਆ ਜੀ ਬੰਦੇ। ਕੋਆਪਰੇਟਿਵ ਸੁਸਾਇਟੀਆਂ ਨੂੰ ਮੈਨੇਜ ਕੌਣ ਕਰਦਾ? ਉਸ ਪਿੰਡ ਦਾ ਹੀ ਕੋਈ ਬੰਦਾ ਸੈਕਟਰੀ ਹੁੰਦਾ, ਉਸ ਪਿੰਡ ਦਾ ਹੀ ਬੰਦਾ ਕੋਈ ਪ੍ਰਧਾਨ ਹੁੰਦਾ। ਜਦੋਂ ਤੁਸੀਂ ਪ੍ਰਧਾਨ ਤੇ ਸੈਕਟਰੀ ਚੁਣਨ ਲੱਗਿਆ, ਸਾਰਾ ਪਿੰਡ ਵੰਡਿਆ ਜਾਂਦਾ ਹੈ ਵੀ ਪੱਤੀ ਸਾਡੀ ਦਾ ਪ੍ਰਧਾਨ ਬਣੂਗਾ, ਸਾਡੀ ਪਾਰਟੀ ਦਾ ਬਣੂਗਾ ਜੀ। ਫਿਰ ਤੁਸੀਂ ਕਿੱਥੋਂ ਇਨਸਾਫ ਭਾਲਦੇ ਹੋ? ਪੂਰੇ ਪਿੰਡ ਦੀ ਗ੍ਰਾਮ ਪੰਚਾਇਤ ਬੈਠੇ, ਸਿਰੇ ਦੇ ਆਪਦੇ ਪਿੰਡ ਦੇ ਬੰਦੇ ਛਾਂਟੋ ਕਿ ਆਹ ਬੰਦੇ ਭਾਈ ਇਹ ਕੰਮ ਕਰਨਗੇ, ਉਹਨਾਂ ਬੰਦਿਆਂ ਨੂੰ ਵਧੀਆ ਤਨਖਾਹਾਂ ਦਿਓ ਤੁਸੀਂ, ਤਾਂ ਕਿ ਉਹ ਕਿਸੇ ਹੋਰ ਪਾਸੇ ਨਾ ਝਾਕਣ।
ਪਿੰਡ ਦੀ ਕੋਆਪਰੇਟਿਵ ਸੁਸਾਇਟੀ ਬਹੁਤ ਵੱਡਾ ਇੱਕ ਕੋਆਪਰੇਟਿਵ ਦਾ ਮਾਡਲ ਹੈ ਜਿਹੜਾ ਬਹੁਤ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਜੀ। ਔਰ ਇਹਦੇ ਵਿੱਚ ਸਰਕਾਰ ਵੀ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ। ਜਿਹੜੀ ਦੇਖੋ ਇੱਕ ਅਗਲਾ ਜਿਹੜਾ ਨਵਾਂ ਮਾਡਲ ਹੈ, ਨਵਾਂ ਮਾਡਲ ਜਿਹਨੂੰ ਆਪਾਂ ਕਹਿੰਦੇ ਕਿ ਆਪਣੇ ਪੈਰਾਂ ਸਿਰ ਆਪ ਹੀ ਖੇਤੀ ਕਰਨੀ, ਸੈਲਫ ਸਸਟੇਨੇਬਲ ਮਾਡਲ ਉਸ ਨੂੰ ਕਹਿੰਦੇ ਆ ਜੀ। ਪੂਰੇ ਪਿੰਡ ਦੀਆਂ ਜਿਹੜੀਆਂ ਚੀਜ਼ਾਂ ਖਪਤ ਹੁੰਦੀਆਂ ਨਾ ਪੂਰੇ ਪਿੰਡ ਦੇ ਵਿੱਚ, ਮੰਨ ਲਓ ਇੱਕ ਪੂਰੇ ਪਿੰਡ ਦੀ 25,000 ਜਾਂ 30,000 ਵੱਧਦੀ ਹੈ, ਉਹ ਸਾਰੀਆਂ ਚੀਜ਼ਾਂ ਖਾਂਦਾ ਹੈ, ਸਾਰੀਆਂ ਚੀਜ਼ਾਂ ਉਹ ਲੋੜਦਾ ਹੈ। ਉਹ ਸਾਰੀਆਂ ਚੀਜ਼ਾਂ ਪੈਦਾ ਕਿੱਥੋਂ ਹੁੰਦੀਆਂ? ਖੇਤਾਂ 'ਚੋਂ ਪੈਦਾ ਹੁੰਦੀਆਂ। ਜਿਹੜੇ ਪਿੰਡ ਦੀ ਡਿਮਾਂਡ ਆ ਉਹ ਪੂਰੀ ਹੋਵੇ ਪਿੰਡ ਦੇ ਖੇਤਾਂ 'ਚੋਂ, ਇੱਕ ਬਹੁਤ ਵੱਡਾ ਕੋਆਪਰੇਟਿਵ ਮਾਡਲ ਬਣ ਸਕਦਾ ਹੈ। ਤੁਹਾਡੀ ਕੋਆਪਰੇਟਿਵ ਸੁਸਾਇਟੀ ਇੱਕ ਮਾਲ ਹੋਵੇ ਜਿਹਦੇ 'ਚ ਹਰ ਤਰ੍ਹਾਂ ਦੀ ਚੀਜ਼ ਪਿੰਡ 'ਚ ਪੈਦਾ ਕੀਤੀ ਉੱਥੋਂ ਮਿਲਦੀ ਹੋਵੇ। ਪਿੰਡ ਦੇ ਆਲੇ ਬੰਦੇ ਕੋਈ ਵੀ ਚੀਜ਼ ਲੈਣੀ ਹੈ ਬਾਜ਼ਾਰ 'ਚ ਨਾ ਜਾਣ, ਤੁਹਾਡੇ ਖੇਤਾਂ 'ਚ ਪੈਦਾ ਹੁੰਦੀ ਹੋਵੇ। ਜਿਹੜੀ ਨਹੀਂ ਪੈਦਾ ਹੋ ਸਕਦੀ ਉਸ ਕੰਮ ਵਾਸਤੇ ਬਾਜ਼ਾਰ ਜਾਓ। ਇਹ ਕੋਆਪਰੇਟਿਵ ਮਾਡਲ ਇੱਕ ਬਹੁਤ ਵੱਡਾ ਮਾਡਲ ਪਿੰਡ ਵਿੱਚ ਬਣ ਸਕਦਾ ਹੈ। ਠੀਕ ਹੈ, ਇਸ ਤਰੀਕੇ ਨਾਲ ਜਿਹੜੇ ਤੁਸੀਂ ਕੋਆਪਰੇਟਿਵ ਸੁਸਾਇਟੀ ਦੇ ਤਹਿਤ ਰਜਿਸਟਰ ਕਰਾਉਣੇ ਦਾ ਡੀਆਰ ਕੋਆਪਰੇਟਿਵ ਸੁਸਾਇਟੀ, ਨਹੀਂ ਤਾਂ ਜੀਐਮ ਇੰਡਸਟਰੀਜ਼ ਜਾਂ ਫਿਰ ਨਬਾਰਡ ਦੇ ਥਰੂ ਜਾਂ ਕੰਪਨੀ ਐਕਟ ਦੇ ਥਰੂ ਆਪਣੀਆਂ ਜਿਹੜੀਆਂ ਸੁਸਾਇਟੀਆਂ ਰਜਿਸਟਰਡ ਕਰਾ ਕੇ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦਾ ਫਾਇਦਾ ਲੈ ਸਕਦੇ ਹੋ। ਦੇਖੋ ਸੋਚ ਸਾਨੂੰ ਇੱਕ ਕਰਨੀ ਪਊਗੀ ਜੀ, ਠੀਕ ਹੈ ਨਾ। ਜੇ ਤੁਸੀਂ ਇਹ ਕਹੋ ਵੀ ਆਪਾਂ 10 ਜਣੇ ਇਕੱਠੇ ਹੋ ਕੇ ਮੈਂ ਤਾਂ ਕਰਨਾ ਕੁਛ ਨਹੀਂ, ਫਲਾਨਾ ਕਰੀ ਜਾਵੇ, ਡਿਊਟੀਆਂ ਵੰਡਣੀਆਂ ਪੈਣੀਆਂ। ਡਿਊਟੀਆਂ ਹੁਨਰ ਦੇ ਹਿਸਾਬ ਨਾਲ ਵੰਡਣੀਆਂ ਪੈਣੀਆਂ। ਇੱਕ ਬੰਦੇ ਨੂੰ ਮੁਹਾਰਤ ਹੈ ਸਬਜ਼ੀ ਪੈਦਾ ਕਰਨ ਦੀ, ਉਹਨੂੰ ਸਬਜ਼ੀ ਦਾ ਕੰਟਰੋਲ ਦਿਓ। ਇੱਕ ਬੰਦੇ ਨੂੰ ਮੁਹਾਰਤ ਹੈ ਵਪਾਰ ਕਰਨ ਦੀ, ਉਹਨੂੰ ਵਪਾਰ ਦਿਓ, ਉਹਨੂੰ ਮੰਡੀ ਕਰਨ ਦਾ ਕੰਮ ਦਿਓ। ਇੱਕ ਬੰਦੇ ਨੂੰ ਮੁਹਾਰਤ ਹੈ ਮੱਝਾਂ ਪਾਲਣ ਦੀ, ਉਹਨੂੰ ਡੇਅਰੀ ਦਾ ਕੰਮ ਦਿਓ। ਹੁਨਰ ਦੇ ਹਿਸਾਬ ਨਾਲ ਕੰਮ ਦਿਓ, ਠੀਕ ਹੈ। ਉਹਦੇ ਵਿੱਚ ਤੁਹਾਡੀ ਮਿਹਨਤ ਜ਼ਿਆਦਾ ਵੀ ਹੋ ਸਕਦੀ, ਘੱਟ ਵੀ ਹੋ ਸਕਦੀ, ਪਰ ਅੰਦਰੋਂ ਜਿਹੜਾ ਕੀੜਾ ਉਹ ਕੱਢਣਾ ਪੈਣਾ ਹੈ। ਸਾਂਝੀਵਾਲਤਾ ਦਾ ਸੁਨੇਹਾ ਦੇਣਾ ਪੈਣਾ, ਫੇਰ ਹੀ ਸਾਂਝੀ ਖੇਤੀ ਸੰਭਵ ਹੈ। ਸੋ ਜੇ ਇਹ ਕਰਾਂਗੇ ਤਾਂ ਕੁਦਰਤਨ ਹੈ ਕਿ ਜਿਹੜੇ ਛੋਟੇ ਤੇ ਸੀਮਾਂਤ ਕਿਸਾਨ ਹੈ ਉਹ ਬਚ ਜਾਣਗੇ। ਨਹੀਂ ਤਾਂ ਸਮਾਂ ਪਾ ਕੇ ਗੁਰਲੀਨ ਜਿਹੜੇ ਛੋਟੇ ਤੇ ਸੀਮਾਂਤ ਕਿਸਾਨ ਹੈ ਜ਼ਮੀਨਾਂ ਖਤਮ ਹੋ ਰਹੀਆਂ, ਲੇਬਰ ਮੰਡੀ ਚ ਆ ਰਿਹਾ, ਦਿਹਾੜੀਦਾਰ ਕਾਮੇ ਬਣ ਕੇ ਆ ਰਿਹਾ ਪਿੰਡਾਂ ਦੇ ਖੇਤਾਂ ਸ਼ਹਿਰਾਂ ਦੇ ਵਿੱਚ। ਉਸ ਅੱਜ ਕਿਸਾਨ ਵੀਰ ਦਿਹਾੜੀਆਂ ਕਰਨ ਵਾਸਤੇ ਸ਼ਹਿਰਾਂ ਦੇ ਵਿੱਚ ਖੜੇ। ਸੋ ਇਹਨਾਂ ਨੂੰ ਇਹ ਮਾਡਲ ਸਾਂਝੀ ਖੇਤੀ ਦਾ ਹੀ ਬਚਾ ਸਕਦਾ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਖੇਤਾਂ ਦੇ ਰਾਜੇ ਅੱਜ ਦਿਹਾੜੀਆਂ ਦੇ ਲਈ ਕਰਨ ਦੇ ਲਈ ਮਜਬੂਰ ਹੋ ਗਏ ਆ, ਕਿਤੇ ਨਾ ਕਿਤੇ ਇੱਕ ਬਹੁਤ ਹੀ ਸੋਚਣ ਵਾਲਾ ਅਹਿਮ ਵਿਸ਼ਾ ਹੈ ਕਿ ਜੇ ਥੋੜੀ ਜਿਹੀ ਸਾਂਝ ਦੇ ਨਾਲ ਭਾਵੇਂ ਘਰ ਦੇ ਵਿੱਚ ਬਣਦੀ ਹੈ, ਭਾਵੇਂ ਗੁਆਂਢ ਦੇ ਵਿੱਚ ਬਣਦੀ ਹੈ, ਭਾਵੇਂ ਗੁਆਂਢੀ ਪਿੰਡ ਦੇ ਨਾਲ ਬਣਦੀ ਹੈ ਜਾਂ ਗੁਆਂਢੀ ਸੂਬੇ ਦੇ ਨਾਲ ਬਣਦੀ ਹੈ, ਜਿੱਥੇ ਵੀ ਕਿਤੇ ਸਾਡੀ ਸਾਂਝ ਬਣਦੀ ਹੈ, ਜਿੱਥੋਂ ਕਿਤੋਂ ਵੀ ਅਸੀਂ ਇੱਕ ਚੰਗਾ ਉਪਰਾਲਾ ਜਿਹੜਾ ਉਹ ਸ਼ੁਰੂ ਕਰ ਸਕਦੇ ਹਾਂ ਸਾਂਝੀ ਖੇਤੀ ਦਾ, ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਹੁਣ ਖਤਰਾ ਜਿਹੜਾ ਉਹ ਕਿਸਾਨੀ ਦੀ ਹੋਂਦ ਤੇ ਹੈ। ਇਸ ਦੇ ਨਾਲ ਹੀ ਜੇਕਰ ਹੋਰ ਉਪਰਾਲਿਆਂ ਦੀ ਗੱਲ ਕਰੀਏ, ਜਿਵੇਂ ਕਾਫੀ ਉਪਰਾਲਿਆਂ ਨੂੰ ਤੁਸੀਂ ਪਹਿਲਾਂ ਹੀ ਸਾਡੇ ਨਾਲ ਸਾਂਝਾ ਕਰ ਚੁੱਕੇ ਹੋ ਕਿ ਕਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਹਾਂ, ਕਿਵੇਂ ਸਾਂਝੀ ਖੇਤੀ ਨੂੰ ਵਧਾਇਆ ਜਾ ਸਕਦਾ ਹੈ, ਕਿਵੇਂ ਸਾਂਝੀ ਖੇਤੀ ਦੇ ਵੱਲ ਸਾਡੇ ਕਿਸਾਨ ਵੀਰ ਜਾ ਸਕਦੇ ਜੋ ਕਿ ਸਾਡੇ ਕਿਸਾਨ ਵੀਰ ਜਾਣਾ ਚਾਹੁੰਦੇ ਨੇ। ਜੇਕਰ ਚੰਦ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਰੀਏ ਕਿ ਸਾਂਝੀ ਖੇਤੀ ਦੇ ਲਈ ਕੀ ਉਪਰਾਲੇ ਆ ਜਿਹੜੇ ਉਹ ਕਿਸਾਨਾਂ ਨੂੰ ਕਰਨੇ ਚਾਹੀਦੇ ਆ ਆਪਣੇ ਪੱਧਰ ਦੇ ਉੱਤੇ? ਹਾਂ ਬਿਲਕੁਲ। ਜਿਹੜੀ ਮੈਂ ਗੱਲ ਕਰਾਂ ਗੁਰਲੀਨ ਕਿ ਮੈਂ ਐਫਪੀਓ ਦੀ ਗੱਲ ਕੀਤੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਜਿਹਦੇ ਵਿੱਚ ਗਵਰਨਮੈਂਟ ਦਾ ਵੀ ਰੋਲ ਹੈ। ਉਹ ਤੁਹਾਨੂੰ ਸਾਂਝੀ ਖੇਤੀ ਕਰਨ ਵਾਸਤੇ ਉਤਸ਼ਾਹਿਤ ਕਰਦੇ। ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਬੈਠੇ ਨੇ। ਉਹ ਸਾਰੀਆਂ ਜਿਹੜੀਆਂ ਸੁਸਾਇਟੀਆਂ ਜ਼ਿਲ੍ਹੇ ਦੀਆਂ ਉਹਨਾਂ ਦੀ ਕਮਾਂਡ ਦੇ ਅੰਡਰ ਚੱਲਦੀਆਂ ਨੇ। ਤੁਸੀਂ ਕੋਈ ਵੀ ਮਤਾ ਪਾ ਕੇ ਡੀਆਰ ਕੋਆਪਰੇਟਿਵ ਸੁਸਾਇਟੀ ਕੋਲੇ ਜਾ ਸਕਦੇ ਵੀ ਅਸੀਂ, ਜਿਵੇਂ ਵੀਰ ਜੀ ਨੇ ਗੱਲ ਕੀਤੀ ਇੱਕ ਕਿ ਜਿਹੜੀਆਂ ਸੁਸਾਇਟੀਆਂ ਦੇ ਵਿੱਚ ਮਸ਼ੀਨਾਂ ਲਿਆਓ, ਮੈਂ ਗੱਲ ਕੀਤੀ ਕਿ ਟਰੈਕਟਰਾਂ ਦੀ, ਬਹੁਤ ਸਾਰੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਜਿਨ੍ਹਾਂ ਨੇ ਸਾਂਝੀਆਂ ਮਸ਼ੀਨਾਂ ਲਿਆਂਦੀਆਂ। ਹੁਣ ਤੁਸੀਂ ਦੇਖੋ ਅੱਜ ਤੋਂ ਬਾਅਦ ਜਿਹੜੀਆਂ ਮਸ਼ੀਨਾਂ ਆਉਣੀਆਂ ਨਾ ਉਹ ਕੁਦਰਤੀ ਸਾਧਨਾਂ ਦੀ ਸੰਭਾਲ ਵਾਲੀਆਂ ਹੈ। ਮੈਂ ਗੱਲ ਕਰਾਂ ਹੈਪੀ ਸੀਡਰ ਦੀ, ਹੈਪੀ ਸੀਡਰ ਵਾਸਤੇ ਤੁਹਾਡੀ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ, ਕੰਬਾਈਨ ਨੇ ਤੁਹਾਡੇ ਕੱਟਦਾ, ਮਗਰ ਹੈਪੀ ਸੀਡਰ ਦੇ ਨਾਲ ਤੁਸੀਂ ਖੜੀ ਪਰਾਲੀ 'ਚ ਫਸਲ ਬੀਜ ਸਕਦੇ ਹੋ, ਕਣਕ ਬੀਜ ਸਕਦੇ ਹੋ। ਪਰ ਹੈਪੀ ਸੀਡਰ ਆਪ 1.25 ਲੱਖ ਦੀ 1.5 ਲੱਖ ਦੀ ਹੈ, ਕੌਣ ਲੈ ਲੂ ਉਹਨੂੰ? ਉਹ ਕੋਆਪਰੇਟਿਵ ਸੁਸਾਇਟੀਆਂ ਚੱਲ ਸਕਦੀ, ਬਹੁਤ ਔਖੀ ਹੈ। ਟਰੈਕਟਰ ਹੈ, ਜੇ ਅੱਜ ਤੁਸੀਂ 45 ਹਾਰਸ ਪਾਵਰ ਦਾ ਟਰੈਕਟਰ ਲੈਣਾ, ਘੱਟੋ ਘੱਟ ਪੌਣੇ 6 ਲੱਖ ਦਾ ਟਰੈਕਟਰ ਹੈ, ਕਿਵੇਂ ਉਹ ਮਤਲਬ ਕਿਸ਼ਤਾਂ ਤਾਰੂਗਾ ਜ਼ਿਮੀਂਦਾਰ? ਸੋ ਉਹ ਸੁਸਾਇਟੀਆਂ ਦੇ ਜਰੀਏ ਸੰਦਾਂ ਵਾਲੀਆਂ ਸੁਸਾਇਟੀਆਂ ਕੱਲੀਆਂ ਖਾਦਾਂ ਵੰਡਣ ਵਾਲੀਆਂ ਨਾ ਬਣਾਓ। ਮੈਂ ਇਹੀ ਬੇਨਤੀ ਕਰਦਾ ਕਿਸਾਨ ਵੀਰਾਂ ਨੂੰ, ਆਪਣੇ ਮਤੇ ਪਾ ਕੇ ਤੁਹਾਡੀ ਸੁਸਾਇਟੀ ਜਿਹੜੀਆਂ ਬਾਜ਼ਾਰ 'ਚ ਚੀਜ਼ਾਂ ਮਿਲਦੀਆਂ ਤੁਹਾਡੀ ਸੁਸਾਇਟੀ 'ਚੋਂ ਮਿਲਣ। ਤੁਹਾਡੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਜਿਨ੍ਹਾਂ ਕੋਲ ਆਪਦੇ ਟਰੈਕਟਰ ਹੈ, ਜਿਨ੍ਹਾਂ ਕੋਲ ਆਪਦੇ ਪੈਟਰੋਲ ਪੰਪ ਹੈ, ਜਿਨ੍ਹਾਂ ਕੋਲ ਆਪਦੀਆਂ ਕੰਬਾਈਨਾਂ ਹੈ, ਜਿਨ੍ਹਾਂ ਕੋਲ ਆਪਦੇ ਲੇਜ਼ਰ ਲੈਵਲਰ ਹੈ, ਜਿਨ੍ਹਾਂ ਕੋਲੇ ਕਿਸਾਨਾਂ ਨੂੰ ਕੰਮ ਦੇਣ ਵਾਸਤੇ ਟਰੈਕਟਰ ਹੈਗੇ। ਸੁਸਾਇਟੀ ਦੇ ਵਿੱਚ 10 ਟਰੈਕਟਰ ਖੜੇ ਆ, ਕਿਸਾਨ ਨੇ ਟਰੈਕਟਰ ਲੈ ਕੇ ਜਾਣਾ, ਕਿਸਾਨ ਨੂੰ ਦਿਹਾੜੀ ਦਿੰਦੇ ਆ ਵੀ ਤੂੰ ਟਰੈਕਟਰ ਲੈ ਕੇ ਜਾ, ਅਸੀਂ ਦਿਹਾੜੀ ਦੇਵਾਂਗੇ ਤੈਨੂੰ, ਤੂੰ ਆਪਦੇ ਖੇਤ 'ਚ ਟਰੈਕਟਰ ਚਲਾ। ਕਿੰਨਾ ਵੱਡਾ ਮਾਡਲ ਇਹ ਬਣ ਸਕਦਾ ਹੈ। ਸੋ ਇੱਥੇ ਸਾਨੂੰ ਥੋੜਾ ਜਿਹਾ ਸੋਚਣ ਦੀ ਲੋੜ ਹੈ। ਡੀਆਰ ਕੋਆਪਰੇਟਿਵ ਸੁਸਾਇਟੀ ਕੋਲੇ ਜਾ ਕੇ ਮਤਾ ਪਵਾ ਕੇ ਆਪਣੀ ਐਫਪੀਓ ਬਣਾ ਸਕਦੇ ਆ। ਜੀਐਮ ਇੰਡਸਟਰੀ ਕੋਲੇ ਜਾ ਕੇ ਤੁਸੀਂ ਮਤਾ ਪਵਾ ਕੇ ਆਪਣੀ ਐਫਪੀਓ ਪਵਾ ਸਕਦੇ ਆ। ਨਬਾਰਡ ਦੇ ਦਫ਼ਤਰ ਹੈਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ, ਉਹ ਐਫਪੀਓ ਬਣਾਉਣ ਵਾਸਤੇ ਪ੍ਰਮੋਟ ਕਰਦੇ ਆ। ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਐਫਪੀਓ ਬਣਾਉਣ ਵਾਸਤੇ
ਜੇ ਤੁਸੀਂ ਵੱਡੇ ਪੱਧਰ ਤੇ ਕੰਮ ਕਰਨਾ ਤੇ ਕੰਪਨੀ ਐਕਟ ਦੇ ਤਹਿਤ ਹੈ, ਤੁਹਾਨੂੰ ਟੈਕਸ ਫਾਈਲ ਨੰਬਰ ਵੀ ਮਿਲਦਾ ਹੈ, ਤੁਸੀਂ ਆਪਣਾ ਬਿਜ਼ਨਸ ਵੀ ਕਰ ਸਕਦੇ ਹੋ, ਤੁਸੀਂ ਮੁਲਾਜ਼ਮ ਵੀ ਰੱਖ ਸਕਦੇ ਹੋ। ਪਰ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜਾ ਵੀ ਬੰਦਾ ਰੱਖਣਾ ਉਹਨੂੰ ਇਮਾਨਦਾਰ ਰੱਖੋ, ਟਣਕਾ ਕੇ ਰੱਖੋ। ਜੀ। ਠੀਕ ਹੈ ਨਾ। ਜੇ ਕਰਨਾ ਵੀ ਸੁਸਾਇਟੀ ਬਣਾ ਲਈ, ਇੱਥੇ ਮੇਰਾ ਰਿਸ਼ਤੇਦਾਰ ਜਾਂ ਮੇਰਾ ਭੈਣ ਭਰਾ ਜਾਂ ਉਹ ਲੱਗ ਜੇ, ਪਰ ਉਹਦੇ ਕੋਲ ਹੁਨਰ ਹੈ ਨਹੀਂ, ਤਾਂ ਉਹ ਧੰਦਾ ਫੇਲ ਹੋਊਗਾ। ਜੀ, ਥੋੜਾ ਜਿਹਾ ਇਹ ਚੀਜ਼ ਕੱਢਣੀ ਨੂੰ ਤਰਜੀਹ ਜ਼ਰੂਰ ਦੇਣੀ ਪੈਣੀ ਹੈ। ਹੁਨਰ ਨੂੰ ਤਰਜੀਹ ਦਿਓ, ਇਮਾਨਦਾਰ ਬੰਦਿਆਂ ਨੂੰ ਤਰਜੀਹ ਦਿਓ, ਮਿਹਨਤ ਕਰੋ, ਵਿਜ਼ਨ ਰੱਖੋ ਆਪਣਾ ਉੱਤੇ, ਇੱਕ ਕਮੇਟੀ ਬਣਾਓ ਪੂਰੇ ਪਿੰਡ ਦੀ ਜਿਹੜੀ ਸਾਰੇ ਕੁਝ ਦਾ ਪੂਰਾ ਹਿਸਾਬ ਕਿਤਾਬ ਰੱਖੇ। ਇਹ ਨਹੀਂ ਕਿ ਇੱਕ ਵਾਰੀ ਜਾ ਕੇ ਮੁੜ ਕੇ ਭੁੱਲ ਗਏ। ਇਹ ਚੀਜ਼ਾਂ ਦੇਖੋ ਕਰਨੀਆਂ ਪੈਣੀਆਂ, ਨਹੀਂ ਤਾਂ ਫਿਰ ਹਾਲਾਤ ਸਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਹੈ, ਮਤਲਬ ਮਾੜੇ ਵੱਲ ਜਾ ਰਹੇ ਆ, ਇਹਨਾਂ ਨੂੰ ਬਚਾਉਣ ਦੀ ਲੋੜ। ਜੀ, ਡਾਕਟਰ ਗੁਰਜਿੰਦਰ ਸਿੰਘ ਰੋਮਾਣਾ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਸਾਡੇ ਕਿਸਾਨ ਵੀਰਾਂ ਦੇ ਨਾਲ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਲਈ ਸਾਂਝੀ ਖੇਤੀ ਦੇ ਸੰਕਲਪ ਦੇ ਵਿਸ਼ੇ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਤੇ ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਸਾਰੀਆਂ ਹੀ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਇਹਨਾਂ ਦੇ ਉੱਤੇ ਗੌਰ ਜ਼ਰੂਰ ਫਰਮਾਉਣਗੇ। ਇਸ ਦੇ ਨਾਲ ਹੀ ਮੈਨੂੰ ਗੁਰਲੀਨ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।